ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਪਰ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਗੱਲਬਾਤ ਅਸੀਂ ਕੁਝ ਚੁਣਾਵੀ ਜਿਹੜੀਆਂ ਖਬਰਾਂ ਨੇ ਚੋਣਾਂ ਉਹਨਾਂ ਦੇ ਉੱਤੇ ਕਰਾਂਗੇ। ਸਵਾਗਤ ਹੈ ਤੁਹਾਡਾ ਸੇਖੋਂ ਸਾਹਿਬ। ਥੈਂਕ ਯੂ ਜੀ, ਥੈਂਕ ਯੂ ਸੁਖਵਿੰਦਰ ਜੀ। ਸੇਖੋਂ ਸਾਹਿਬ, ਪਹਿਲਾਂ ਇੱਥੋਂ ਸ਼ੁਰੂ ਕਰੀਏ ਕਿ ਲੋਕਾਂ ਦੀ ਕਾਫੀ ਜਿਹੜੀ ਰੁਚੀ ਬਣੀ ਹੋਈ ਹੈ ਕਿ ਸਰਕਾਰ ਕਿਹਦੀ ਬਣਨੀ ਹੈ। ਹਾਲਾਂਕਿ ਖਬਰਾਂ ਤਾਂ ਮਿਲ ਰਹੀਆਂ ਕਿ ਇਧਰੋਂ ਉਧਰੋਂ ਜਿਹੜਾ ਉਹ ਖਰੀਦੋ ਫਰੋਖਤ ਹੋਣੀ ਹੈ, ਕਾਫੀ ਜਿਹੜੀ ਹੋਰਸ ਟ੍ਰੇਡਿੰਗ ਹੋਣੀ ਹੈ, ਪਰ ਉਹਦੇ ਵਿਚਾਲੇ ਅਕਾਲੀ ਦਲ ਕਾਫੀ ਬਾਗੋ ਬਾਗ ਨਜ਼ਰ ਆ ਰਿਹਾ। ਮੈਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਪੜ੍ਹਦਾ ਸੀ, ਉਹ ਕਹਿੰਦੇ ਕਿ ਅਕਾਲੀ ਦਲ ਦੀ ਹੀ ਆ ਰਹੀ ਹੈ ਤੇ ਇਹਨੂੰ ਕੋਈ ਵੀ ਰੋਕ ਨਹੀਂ ਸਕਦਾ। ਜੀ ਵੇਖੋ ਜੀ, ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲੀਡਰ ਹੈਗੇ ਉਹਨਾਂ ਨੂੰ ਤਾਂ ਆਪਾਂ ਜਿਹੜਾ ਹੈਗਾ ਇਹ ਜੋ ਕਹਿ ਰਹੇ ਆ 10 ਤਰੀਕ ਤੋਂ ਪਹਿਲਾਂ ਜੋ ਮਰਜ਼ੀ ਕਹਿ ਸਕਦੇ ਆ। ਅਸਲੀ ਤਾਂ ਜਿਹੜਾ ਉਹਨਾਂ ਦਾ ਜੋ ਕਹਿ ਰਹੇ ਆ ਉਹ 10 ਤਰੀਕ ਨੂੰ ਪੂਰਾ ਹੁੰਦਾ ਕਿ ਨਹੀਂ ਹੁੰਦਾ ਉਹ ਤੋਂ ਹੀ ਪਤਾ ਚੱਲੂਗਾ। ਪਰ ਜੇ ਉਹ ਕੋਈ ਉਹਦੇ ਵਿੱਚ ਆਰਗੂਮੈਂਟ ਦਿੰਦੇ ਆ ਕਿ ਕਿਹੜੀ ਉਹਨਾਂ ਨੇ ਏਡੀ ਵੱਡੀ ਗੱਲ ਕਰ ਦਿੱਤੀ ਆ ਕਿ ਜਿਹਦੇ ਨਾਲ ਅਕਾਲੀ ਦਲ ਇੰਨਾ ਪਪੂਲਰ ਹੋ ਗਿਆ ਜਾਂ ਅਕਾਲੀ ਦਲ ਨੂੰ ਇੰਨੀ ਤਕੜੀ ਸਪੋਰਟ ਮਿਲ ਗਈ, ਜੇ ਉੱਦਾਂ ਦੇ ਕੁਝ ਗੱਲ ਪ੍ਰਤੀ ਇਸ਼ਾਰਾ ਕਰਦੇ ਤੇ ਮੈਨੂੰ ਲੱਗਦਾ ਸੀ ਵੀ ਸਾਡੇ ਲਈ ਉਹ ਬਹੁਤ ਜਿਹੜੀ ਹੁੰਦੀ ਸੀ ਜ਼ਿਆਦਾ ਜਾਣਕਾਰੀ ਵਾਲੀ ਗੱਲ ਹੁੰਦੀ। ਤੇ ਇਹ ਕਹੀ ਜਾਣਾ ਕਿ ਸਾਡੀ ਬਹੁਤ ਵੱਡੀ ਸਪੋਰਟ ਹੈਗੀ ਆ। ਦਿਹਾਤ ਦੇ ਵਿੱਚ ਜਾ ਕੇ ਪਿੰਡਾਂ 'ਚ ਜਾ ਕੇ ਮੈਂ ਵੀ ਪਿਛਲੇ ਮਤਲਬ 1.5 ਮਹੀਨੇ ਤੋਂ ਤਕਰੀਬਨ ਇਸੇ ਕੰਮ ਦੇ ਵਿੱਚ ਹੀ ਲੱਗੇ ਹੋਏ ਆ। ਸਾਨੂੰ ਇਸ ਕਿਸਮ ਦੀ ਕਿਤੇ ਗਰਾਊਂਡ ਸਵੈਲਿੰਗ ਸਪੋਰਟ ਅਕਾਲੀ ਦਲ ਦੀ ਨਹੀਂ ਮਿਲੀ ਕਿ ਜਿਹਦੇ ਨਾਲ ਉਹ ਲੱਗਦਾ ਹੋਵੇ ਕਿ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਆ ਵੀ ਉਹ ਗੱਲ ਬਿਲਕੁਲ ਠੀਕ ਹੈਗੀ ਆ। ਕਿਉਂਕਿ ਜ਼ਮੀਨੀ ਹਕੀਕਤ ਦੇ ਉੱਤੇ ਸ਼ਾਇਦ ਉਹਨਾਂ ਕਿਉਂਕਿ ਬਜ਼ੁਰਗ ਬਹੁਤ ਹੋ ਗਏ ਆ ਔਰ ਉਹਨਾਂ ਦੀ ਮੋਬਿਲਿਟੀ ਬਹੁਤ ਜ਼ਿਆਦਾ ਨਹੀਂ ਹੈਗੀ। ਉਹ ਸ਼ਾਇਦ ਆਪਣੀ ਕੰਸਟੀਟਿਊਂਸੀ ਦੇ ਵਿੱਚ ਤੱਕ ਹੀ ਸੀਮਿਤ ਰਹਿ ਰਹੇ ਆ, ਕਿਤੇ ਉਹਨਾਂ ਨੇ ਓਪਨ ਰੈਲੀ ਨਹੀਂ ਕੀਤੀ। ਤੇ ਜੇ ਉਹ ਜਿਹੜੀਆਂ ਉਹਨਾਂ ਕੋਲ ਰਿਪੋਰਟਾਂ ਆ ਰਹੀਆਂ ਹੋ ਸਕਦਾ ਪਾਰਟੀ ਕੋਈ ਜਿਹੜੇ ਕਾਰਕੁਨ ਹੈਗੇ ਉਹਨਾਂ ਥਰੂ ਆ ਰਹੀਆਂ ਹੋਈਆਂ, ਜਾਂ ਉਹ ਆਪਣਾ ਕੋਈ ਨਾ ਕੋਈ ਜਿਹੜਾ ਪਰਮੂਟੇਸ਼ਨ ਕੰਬੀਨੇਸ਼ਨ ਹੈਗਾ ਵੀ ਕਾਂਗਰਸ ਦਾ ਵੀ ਮਾੜਾ ਹਾਲ ਵਾ, ਦੂਸਰਿਆਂ ਦਾ ਵੀ ਮਾੜਾ ਹਾਲ ਹੈ, ਹੋਰ ਪਾਰਟੀਆਂ ਖਿੱਦਰੀਆਂ ਫਿਰਦੀਆਂ ਹੈਗੀਆਂ ਤੇ ਸਾਨੂੰ ਲੋਕੀ ਸਪੋਰਟ ਕਰ ਦੇਣਗੇ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਲੈਵਲ ਦੇ ਉੱਤੇ ਇਸ ਕਿਸਮ ਦੀ ਸਪੋਰਟ ਇਹਦੇ ਵਾਸਤੇ ਜਿਹੜੀ ਹੈਗੀ ਲੋਕੀ ਬਹੁਤ ਤਾਂਘ ਦੇ ਨਾਲ ਮੰਨ ਲਓ ਜਿਹੜੇ ਵੇਟ ਕਰ ਰਹੇ ਆ ਵੀ ਅਕਾਲੀ ਦਲ ਅਗਲੀ ਸਰਕਾਰ ਬਣਾਉਣ ਰਿਹਾ ਜੇ ਤੁਹਾਡੇ ਕਥਨ ਮੁਤਾਬਕ ਜਾਇਆ ਜਾਵੇ ਤਾਂ ਜੀ। ਪਰ ਸੇਖੋਂ ਸਾਹਿਬ, ਜ਼ਮੀਨੀ ਹਕੀਕਤ ਕੀ ਕਹਿੰਦੀ ਹੈ? ਆਮ ਆਦਮੀ ਪਾਰਟੀ ਨੂੰ ਤਾਂ ਲੱਗਦਾ ਸੀ ਸਾਡੇ ਹੱਕ ਵਿੱਚ ਹੈ। ਤੁਹਾਡੇ ਕੁਝ ਜਿਹੜੇ ਵਿਦਿਆਰਥੀ ਨੇ ਉਹ ਸਰਵੇ ਕਰ ਰਹੇ ਨੇ ਘਰ ਘਰ ਤੱਕ ਜਾ ਕੇ। ਲੋਕਾਂ ਦਾ ਕੀ ਮੰਨਣਾ ਹੈ? ਲੋਕ ਕਿਸ ਤਰ੍ਹਾਂ ਦੇ ਬਦਲਾਅ ਦੀ ਉਮੀਦ ਜਿਹੜੀ ਆ ਉਹ ਇਸ ਹੁਣ ਦੇ ਨਤੀਜਿਆਂ ਤੋਂ ਰੱਖੀ ਬੈਠੇ ਨੇ? ਦੇਖੋ, ਅਸੀਂ ਪੰਜਾਬ ਦੇ ਵਿੱਚ 16 ਕਾਂਸਟੀਟਿਊਂਸੀ ਦੇ ਵਿੱਚ ਫੀਲਡ ਸਟੱਡੀ ਸਾਡੇ 60 ਬੱਚੇ ਗਏ ਸੀਗੇ, ਜਿਨ੍ਹਾਂ 5 ਦਿਨਾਂ ਦੇ ਵਿੱਚ ਕੋਈ 1645 ਦੇ ਕਰੀਬ ਅਸੀਂ ਸਾਡਾ ਕੁਐਸਚਨ ਤਿਆਰ ਕੀਤਾ। ਸਾਡਾ ਸਿਰਫ ਕੁਐਸਚਨ ਇਹ ਨਹੀਂ ਸੀਗਾ ਕਿ ਅਸੀਂ ਲੋਕਾਂ ਤੋਂ ਇਹ ਪੁੱਛਣਾ ਵੀ ਵੋਟ ਕਿਹਨੂੰ ਪਾਈ ਆ। ਇਹ ਆਪਣੇ ਤੁਹਾਡੇ ਐਪ ਦੇ ਉੱਤੇ, ਮੋਬਾਈਲ ਐਪ ਦੇ ਉੱਤੇ ਅਸੀਂ ਦਾ ਕੁਐਸਚਨਰ ਸੀਗਾ ਜਿਹੜਾ 42 ਪੇਜ ਦਾ ਕੁਐਸਚਨਰ ਸੀਗਾ। ਸਾਡੀ ਸਟੱਡੀ ਅਕੈਡਮਿਕ ਸਟੱਡੀ ਹੈਗੀ ਆ। ਇਹ ਬਹੁਤ ਸਾਰੇ ਜਿਹੜੇ ਪਹਿਲੂ ਆ ਪੱਖ ਹੈਗੇ। ਹਾਂ ਠੀਕ ਆ, ਇੱਕ ਪਾਰਟੀ ਵੀ ਹੁੰਦਾ ਕਿ ਤੁਸੀਂ ਵੋਟ ਕਿਹਨੂੰ ਪਾਈ ਆ, ਪਰ ਜ਼ਰੂਰੀ ਨਹੀਂ ਕਿ ਲੋਕ ਦੱਸਣਗੇ ਜਿਹਨੂੰ ਵੋਟ ਪਾਈ ਆ ਤੇ ਉਹਨੂੰ ਹੀ ਪਾਈ ਹੋਵੇ। ਫਿਰ ਸਾਡੇ ਕੋਲ 5-6 ਟੀਅਰ ਇੱਕ ਸਾਡੇ ਕੋਲ ਇੱਕ ਵੈਰੀਫਿਕੇਸ਼ਨ ਦਾ ਜਾਂ ਉਹ ਬੰਦੇ ਦਾ ਜੋ ਵੀ ਬੋਲਦਾ ਉਹਨੂੰ ਲੱਭਣ ਦਾ ਇੱਕ ਬਹੁਤ ਤਰੀਕਾ ਹੁੰਦਾ ਵਾ। ਇਹ ਸਾਰੀਆਂ ਗੱਲਾਂ ਜਦੋਂ ਸਾਡਾ ਐਨਾਲਿਸਿਸ ਹੋ ਜਾਊਗਾ, ਕਿਉਂਕਿ ਸਾਰੀ ਐਕਸਰਸਾਈਜ਼ ਅਕੈਡਮਿਕ ਹੈਗੀ ਆ, ਇਹਦੇ ਲਈ ਅਸੀਂ ਜਿਹੜਾ ਖਾਸ ਕਰਕੇ ਹਿੰਦੂ ਨਿਊਜ਼ਪੇਪਰ ਆ ਉਹਦੇ ਵਾਸਤੇ ਜਾਂ ਹੋਰ ਜਿਹੜੇ ਖਾਸ ਕਰਕੇ ਨਿਊਜ਼ਪੇਪਰ ਹੈ ਪੰਜਾਬੀ ਟ੍ਰਿਬਿਊਨ ਆ ਜਾਂ ਹੋਰ APW ਆ ਉਹਦੇ ਵਿੱਚ ਲਿਖਾਂਗੇ। ਪਰ ਇਹ ਗੱਲ ਅਸੀਂ ਉਦੋਂ ਕਹਿ ਸਕਦੇ ਹਾਂ ਯਕੀਨ ਦੇ ਨਾਲ ਜਦੋਂ ਸਾਡਾ ਸਾਰਾ ਇਹ ਐਨਾਲਿਸਿਸ ਜਿਹੜਾ ਕੰਪਲੀਟ ਹੋ ਜਾਊਗਾ। ਡਾਟਾ ਦਿੱਲੀ ਚਲਾ ਗਿਆ, ਉੱਥੇ ਦਾ ਐਨਾਲਿਸਿਸ ਜਿਹੜਾ ਹੋ ਰਿਹਾ। ਪਰ ਮੋਟਾ ਮੋਟੀ ਜਿਹੜਾ ਲੋਕਾਂ ਦੇ ਵਿੱਚ 2-3 ਗੱਲਾਂ ਬਹੁਤ ਆਈਆਂ ਕਿ ਸਾਡਾ ਵੋਟ ਸ਼ੇਅਰ ਡਿੱਗ ਪਿਆ ਹੈ, ਕਿ ਪਿਛਲੇ ਸਾਲ ਨਾਲੋਂ ਵੋਟ ਸ਼ੇਅਰ ਘੱਟ ਆ। ਉਹਦੇ ਕਈ ਤਰੀਕੇ ਹੈਗੇ ਆ। ਆਮ ਤੌਰ 'ਤੇ ਉਹਦਾ ਲੋਕਾਂ ਕੋਲ ਉਤਸ਼ਾਹ ਨਹੀਂ ਹੈਗਾ। ਇਹ ਵੀ ਗੱਲ ਕਹੀ ਜਾ ਸਕਦੀ ਆ ਕਿ ਲੋਕਾਂ ਨੇ ਵੇਖ ਲਿਆ ਜਿਹੜਾ ਪਿਛਲੀ ਇਲੈਕਸ਼ਨ ਦੇ ਵਿੱਚ ਅਕਾਲੀਆਂ ਤੋਂ ਲੋਕਾਂ ਨੂੰ ਥੋੜ੍ਹਾ ਲੱਗਦਾ ਸੀ ਵੀ ਉਹ ਨਹੀਂ ਉਹਨਾਂ ਨੂੰ ਅਸੀਂ ਵੋਟ ਆਉਣ ਦੇਣਾ, ਜਾਂ ਦੂਸਰੀ ਪਾਰਟੀਆਂ ਉਹਦੇ ਸਾਹਮਣੇ ਸੀਗੀਆਂ। ਆਪ ਦੀ ਵੀ ਬਹੁਤ ਉਸ ਸਮੇਂ ਦੇ ਵਿੱਚ ਲਾਲਾ ਸੀ ਚੜ੍ਹਾਈ ਸੀ, ਭਾਵੇਂ ਕਿ ਉਹ ਸਾਰਾ ਜਿਹੜਾ ਕੀਤਾ ਕਰਾਇਆ ਰਹਿ ਗਿਆ, ਕਾਂਗਰਸ ਵਾਲੇ ਪਾਸੇ ਪੈ ਗਿਆ। ਮੈਨੂੰ ਇਹ ਲੱਗਦਾ ਕਿ ਇੱਕ ਤਾਂ ਇਹ ਗੱਲ ਬਹੁਤ ਕਲੀਅਰ ਆ ਕਿ ਸਾਡੀਆਂ ਜਿਹੜੀ ਸੁਧਾਈ ਹੋਈ ਆ ਉਹਦੇ ਵਿੱਚ ਜਿਹੜੀਆਂ ਵੋਟਾਂ ਕੱਟੀਆਂ ਜਾਣੀਆਂ ਚਾਹੀਦੀਆਂ ਸੀ ਉਹ ਵੋਟਾਂ ਕੱਟੀਆਂ ਨਹੀਂ ਗਈਆਂ। ਜਿਹੜੇ ਲੋਕ ਜੋ ਬਾਹਰ ਚਲੇ ਗਏ ਆ ਜਾਂ ਜਿਹੜੇ ਲੋਕਾਂ ਦੀ ਕੋਈ ਜਿਹੜੀ ਹੈਗੀ ਕਿਸ ਤਰੀਕੇ ਨਾਲ ਦੁਨੀਆ ਦੇ ਵਿੱਚ ਨਹੀਂ ਰਹੇ, ਜਾਂ ਇਹ ਜਿਹੜਾ ਹੈਗਾ ਸੀ ਐਡੀਸ਼ਨ ਜ਼ਰੂਰ ਹੋਈ ਆ। ਮੈਂ ਆਪਣੇ ਇਲਾਕੇ ਦੀ ਗੱਲ ਦੱਸ ਸਕਦਾ ਵੀ ਸਾਡੇ ਉੱਥੇ ਆਲੇ ਦੁਆਲੇ ਦੇ 12 ਘਰ ਸੀ ਜਿਹਨਾਂ 'ਚੋਂ 3 ਵੋਟਾਂ ਪਈਆਂ। ਬਾਕੀ ਜਿਹੜੇ ਫੈਮਿਲੀ ਮੈਂਬਰ ਸੀਗੇ ਉਹ ਉਹਨਾਂ 'ਚੋਂ ਬੱਚੇ ਖਾਸ ਕਰਕੇ ਜਿਹੜੇ ਆ ਉਹ ਬਾਹਰ ਬੈਠੇ ਆ। ਤੇ ਹੋਰ ਵੀ ਲੋਕ, ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਬਹੁਤ ਸਾਰੇ ਕਾਰਨ ਹੋਰ ਹੋ ਸਕਦੇ ਆ। ਦੂਸਰਾ ਇਹ ਹੈ ਕਿ ਉਤਸ਼ਾਹ ਮੱਠਾ ਰਿਹਾ, ਖਾਸ ਕਰਕੇ ਕਿਉਂਕਿ ਉਤਸ਼ਾਹ ਹੁੰਦਾ ਜਦੋਂ
ਬਾਈ ਪਾਰਟੀ ਜਿਹੜਾ ਹੁੰਦਾ ਨਾ, ਬਾਈਪੋਲਰ ਕੰਟੈਸਟ ਹੋ ਗਏ, ਇੱਕ ਦੋ ਧਿਰਾਂ ਹੁਣ ਮੋਟੇ ਤੌਰ ਦੇ ਉੱਤੇ, ਜਾਂ ਤਿੰਨ ਵੀ ਹੋਣ। ਇਸ ਲਈ ਧਿਰਾਂ ਬਹੁਤ ਜ਼ਿਆਦੀਆਂ ਬਣ ਗਈਆਂ। ਚਾਰ ਧਿਰਾਂ ਵੀ ਸੀਗੀਆਂ, ਜੇ ਆਪਾਂ ਥੋੜਾ ਮਿਲ ਮਿਲਾ ਕੇ ਕਰ ਲਈਏ, ਤੇ ਥੋੜਾ ਬਹੁਤਾ ਸਮਾਜ ਮੋਰਚੇ ਵਾਲਾ ਵੀ ਹੈਗਾ ਸੀ ਹਿੱਸਾ, ਤੇ ਉਹ ਵੀ ਸੀਗਾ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਇਹਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟਰ ਹੈਗਾ ਵਾ, ਉਹ ਤੇ ਬਹੁਤ ਐਕਟਿਵ ਤੇ ਵੋਕਲ ਦਿਖਿਆ। ਸਾਨੂੰ ਰਵਾਇਤੀ ਪਾਰਟੀਆਂ ਦੇ ਜਿਹੜੇ ਵੋਟਰ ਸੀਗੇ, ਲੀਡਰ ਸੀਗੇ, ਉਹ ਉਹਨਾਂ ਜ਼ਿਆਦਾ ਐਕਟਿਵ ਨਹੀਂ ਲੱਗੇ। ਉਹਨਾਂ ਜ਼ਿਆਦਾ ਜਿਹੜਾ ਹੈਗਾ ਉਹ ਦੂਸਰਾ ਆਪਾਂ ਨੂੰ ਉਹ ਪਿੰਡਾਂ ਦੇ ਵਿੱਚ, ਜਿੱਦਾਂ ਪਹਿਲੇ ਸਮੇਂ ਦੇ ਵਿੱਚ, ਹਾਂ ਠੀਕ ਆ, ਉਹਨਾਂ ਪੈਸੇ ਪੂਸੇ ਵੰਡੇ ਆ, ਸਾਰਾ ਕੰਮ ਕੀਤਾ, ਸ਼ਰਾਬ ਵੀ ਵੰਡੀ, ਪੈਸਿਆਂ ਦੀ ਤਾਂ ਬਹੁਤ ਅੱਜ ਕੱਲ੍ਹ ਰਿਪੋਰਟਾਂ ਆ ਰਹੀਆਂ ਵਾ, ਤੇ ਸ਼ਰਾਬ ਦੀਆਂ ਵੀ ਖੈਰ ਵੰਡੀਆਂ ਹੋਣਗੀਆਂ, ਤੇ ਉਹ ਬਹੁਤੇ ਐਕਟਿਵ ਨਹੀਂ ਲੱਗੇ। ਸੋ ਇਸ ਕਰਕੇ ਜਿਹੜਾ ਵੋਟ ਸ਼ੇਅਰ ਡਿੱਗਿਆ ਹੈਗਾ, ਉਹਨੂੰ ਲੱਗਦਾ ਵੀ ਜ਼ਿਆਦਾ ਵੋਟ ਸ਼ੇਅਰ ਰਵਾਇਤੀ ਪਾਰਟੀਆਂ ਨੂੰ ਉਹਦੇ ਵਿੱਚੋਂ ਖੋਰਾ ਲੱਗਣ ਦੀ ਸੰਭਾਵਨਾ ਜ਼ਿਆਦਾ ਹੈਗੀ ਆ। ਤੇ ਜਿਹਦੇ ਕਰਕੇ ਹੀ ਆਮ ਤੌਰ ਤੇ ਤੁਸੀਂ ਦੇਖੀਏ ਵੀ ਜਿਹਦੇ ਨਾਲ ਵੀ ਤੁਸੀਂ ਗੱਲ ਕਰੋ, ਦੋ ਚੀਜ਼ਾਂ ਇਹਨਾਂ ਵੋਟਾਂ ਦੇ ਵਿੱਚ ਅਸੀਂ ਬਹੁਤ ਕਲੀਅਰ ਸਾਨੂੰ ਸੁਣਨ ਨੂੰ ਮਿਲੀਆਂ। ਇੱਕ ਤਾਂ ਬਦਲਾਅ ਦੀ ਗੱਲ ਕਰਦੇ ਆ। ਹੁਣ ਬਦਲਾਅ, ਜੇ ਤਾਂ ਪ੍ਰਕਾਸ਼ ਸਿੰਘ ਬਾਦਲ ਇਹ ਸੋਚਦੇ ਆ ਕਿ ਬਦਲਾਅ ਹੁਣ ਸਾਡੀ ਵਾਰੀ ਆ, ਫਿਰ ਤੇ ਉਹ ਠੀਕ ਹੋ ਸਕਦੇ ਆ। ਪਰ ਬਦਲਾਅ ਦੇ ਨਾਲ ਜੇ ਤੁਸੀਂ ਉਹਨਾਂ ਨੂੰ ਥੋੜਾ ਹੋਰ ਖਰੋਦਦੇ ਜੋ, ਜਾਂ ਗਾਂਹ ਜਾ ਕੇ ਗੱਲ ਕਰਦੇ ਹੋ, ਤਾਂ ਉਹ ਹੌਲੀ ਜਿਹੀ ਜਿਹੜਾ ਨਾ ਝਾੜੂ ਵੀ ਤੁਹਾਡੇ ਕੰਨਾਂ ਦੇ ਵਿੱਚ ਪਾ ਦਿੰਦੇ ਆ। ਹੁਣ ਕਿੰਨੀਆਂ ਕੁ ਜਿਹੜੀ ਇਹ ਗੱਲ ਦੇ ਵਿੱਚ ਸੱਚਾਈ ਹੈਗੀ ਆ, ਕਿਉਂਕਿ ਇੱਕ ਇੰਡੀਵਿਜੂਅਲ ਜਿਹੜਾ ਆਟੋਨਮਸ ਹੋ ਗਿਆ, ਮੈਂ ਬਾਰ-ਬਾਰ ਕਹੀ ਜਾਂਦਾ ਕਿ ਕਿਸਾਨੀ ਸੰਘਰਸ਼ ਦੀ ਆਉਣ ਵਾਲੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਦੇਣ ਹੈਗੀ ਆ ਕਿ ਇਹਦੇ ਨਾਲ ਨਾ ਜਿਹੜੀ ਲੋਕਾਂ ਦੀ ਰਾਜਨੀਤਿਕ ਸਮਾਜੀਕਰਨ ਹੋਈ ਆ, ਪਰ ਉਹ ਇੰਡੀਪੈਂਡੈਂਟ ਹੋ ਗਿਆ। ਉਹਨੂੰ ਪਤਾ ਹੌਲੀ-ਹੌਲੀ ਅਹਿਸਾਸ ਸ਼ੁਰੂ ਹੋ ਗਿਆ ਕਿ ਵੋਟ ਜਿਹੜੀ ਹੈ ਮੇਰੀ ਆ, ਤੇ ਵੋਟ ਮੈਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਹੀ ਜਾਵਾਂ, ਜਦੋਂ ਮੈਂ ਬਟਨ ਦਬਾਉਣਾ ਵਾ, ਉਹ ਜਿਹੜੀ ਗੱਲ ਉਹਦੇ ਮਨ ਦੇ ਵਿੱਚ ਬੈਠੀ, ਜਿਹਨੂੰ ਵੋਟ ਪਾਉਣੀ ਆ, ਉਹ ਉਸੇ ਪਾਸੇ ਵਾਲੀ ਜਾਂਦੀ ਆ। ਸੋ ਇਸ ਕਰਕੇ ਇਹ ਨਹੀਂ ਕਿ ਪਿਛਲੇ 2 ਦਿਨਾਂ ਦੇ ਵਿੱਚ ਸ਼ਰਾਬ ਵੰਡ ਦਿੱਤੀ, ਜਾਂ ਉਹਨੂੰ ਪੈਸਾ ਦੇ ਦਿੱਤਾ, ਜਾਂ ਹੋਰ ਕੰਮ ਦੇ ਦਿੱਤਾ। ਮੈਨੂੰ ਲੱਗਦਾ ਕਿ ਲੋਕਾਂ ਨੇ ਇਹ ਮਨ ਕਾਫੀ ਪਹਿਲੋਂ ਅੱਜ ਕੱਲ੍ਹ ਬਣਾਉਣਾ ਸ਼ੁਰੂ ਕਰਤਾ। ਇਹ ਬਹੁਤ ਚੰਗੀ ਗੱਲ ਹੈਗੀ। ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਡੈਮੋਕ੍ਰੇਸੀ ਵਾਸਤੇ ਜੇ ਲੋਕੀ ਪਹਿਲਾਂ ਹੀ ਬਹੁਤ ਕਲੀਅਰ ਹੋਣ, ਤੇ ਮੈਨੂੰ ਲੱਗਦਾ ਵੀ ਇਹ ਬਹੁਤ ਹੀ ਜਿਹੜੀ ਆ ਪੋਜ਼ਿਟਿਵ ਚੀਜ਼ ਹੈਗੀ ਆ। ਤਾਂ ਇਸ ਕੰਟੈਕਸਟ ਦੇਖਿਆ ਜਾਵੇ, ਤੇ ਜਿਹੜਾ ਬਦਲਾਅ ਵਾਲੀ ਗੱਲ ਹੈਗੀ ਆ, ਜਾਂ ਬਦਲਾਅ ਦੇ ਨਾਲ ਜਿਹੜਾ ਅਗਲਾ ਉਹ ਵਰਡ ਯੂਜ਼ ਕਰਦੇ ਆ ਜਾਂ ਸਿੰਬਲ ਯੂਜ਼ ਕਰਦੇ ਆ, ਉਹ ਤੋਂ ਤਾਂ ਲੱਗਦਾ ਹੈ ਕਿ ਸ਼ਾਇਦ ਅਕਾਲੀ ਦਲ ਜਿਹੜਾ ਹੈਗਾ ਉਹਨੂੰ ਨਿਰਾਸ਼ ਹੋਣਾ ਪਵੇ, ਜਾਂ ਅਕਾਲੀ ਦਲ ਜਿਹੜਾ ਹੈਗਾ ਉਹਦਾ ਵੋਟ ਸ਼ੇਅਰ ਜਿਹੜਾ ਹੈਗਾ ਉਹ ਸ਼ਾਇਦ ਪਿਛਲੀਆਂ ਚੋਣਾਂ ਤੋਂ ਵੀ ਥੋੜਾ ਬਹੁਤਾ ਘਟ ਜਾਵੇ। ਤਾਂ ਇਸ ਕਰਕੇ ਇਹ ਲੱਗਦਾ ਹੈ ਕਿ ਇਹਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਨੂੰ ਕੋਈ ਨਵੀਂ ਜਿਹੜੀ ਹੈਗੀ ਆ ਖੇਡ ਜਿਹੜੀ ਆ, ਕਿਉਂਕਿ ਇਹ ਚੋਣਾਂ ਬਹੁਤ ਇੰਟਰਸਟਿੰਗ ਹੈਗੀਆਂ। ਚਾਰ ਧਿਰਾਂ ਬਹੁਤ ਆਪਣੇ ਆਪ ਨੂੰ ਬਹੁਤ ਕਲੇਮਟ ਹੈਗੀ, ਪੰਜਵੀਂ ਧਿਰ ਕਲੇਮ ਤਾਂ ਨਹੀਂ ਕਰਦੀ, ਪਰ ਪੰਜਵੀਂ ਧਿਰ ਨੇ ਇਹਨਾਂ ਸਾਰਿਆਂ ਦੀ ਜਿਹੜੀ ਰਾਜਨੀਤਿਕ ਜਿਹੜਾ ਜੁਗਾੜਬੰਦੀ ਸੀਗੀ, ਉਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਬਹੁਤਾ ਇਹਨਾਂ ਨੂੰ ਚਿੰਤਤ ਜ਼ਰੂਰ ਕੀਤਾ। ਮੈਂ ਨਹੀਂ ਕਹਿੰਦਾ ਕਿ ਬਹੁਤ ਵੱਡੀ ਸਾਰੀ ਉਹਨਾਂ ਨੇ ਜਿਹੜੀ ਹੈਗੀ ਆ ਸੱਟ ਮਾਰੀ ਆ, ਤੇ ਕਿਉਂਕਿ ਉਹ ਕਿਸਾਨਾਂ ਦੇ ਨਾਂ ਤੇ ਸੀਗੇ, ਜਿੱਥੇ ਜਿੱਥੇ ਉਹਨਾਂ ਦੇ ਜਿਹੜੇ ਕੈਂਡੀਡੇਟ ਸੀ ਐਕਟਿਵ ਸੀਗੇ, ਉੱਥੇ ਉਹਨਾਂ ਨੇ, ਤੁਸੀਂ ਦੇਖ ਸਕਦੇ ਵਿੱਚ ਕਿਸਾਨੀ ਚੋਂ ਜਾਂ ਪੇਂਡੂ ਇਲਾਕਿਆਂ ਦੇ ਵਿੱਚੋਂ ਉਹਨਾਂ ਨੂੰ ਵੋਟ ਮਿਲਦੀ ਆ, ਤੇ ਪੇਂਡੂ ਇਲਾਕਿਆਂ ਦੇ ਕਿਸਾਨੀ ਦੇ ਵਿੱਚ ਅਕਾਲੀ ਦਲ ਦਾ ਪ੍ਰਭਾਵ ਜਿਹੜਾ ਵਾ ਉਹ ਸਾਰੀਆਂ ਪਾਰਟੀਆਂ ਦੇ ਨਾਲੋਂ ਜ਼ਿਆਦਾ ਰਿਹਾ ਹੈ। ਮੈਂ ਨਹੀਂ ਕਹਿੰਦਾ ਵੀ ਹੁਣ ਇਸ ਵੇਲੇ ਹੈਗਾ ਵਾ, ਕਾਨੂੰਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਬੜਾ ਇਸ ਕਿਸਮ ਦਾ ਸਟੈਂਡ ਸੀਗਾ, ਕਦੀ ਉਹਦੇ ਹੱਕ ਦੇ ਵਿੱਚ, ਕਦੀ ਅਗੇਂਸਟ, ਉਹਦੇ ਨਾਲ ਕ੍ਰੈਡੀਬਿਲਿਟੀ ਤਾਂ ਡਾਊਨ ਹੋਈ ਆ। ਪਰ ਇਵਨ 2017 ਦੇ ਇਲੈਕਸ਼ਨ ਦੇ ਵਿੱਚ ਵੀ ਅਕਾਲੀ ਦਲ ਦੀ ਦਿਹਾਤੀ ਖੇਤਰਾਂ ਦੇ ਵਿੱਚ ਵੱਡੀ ਜਿਹੜੀ बढ़त ਸੀਗੀ। ਕਾਂਗਰਸ ਦਾ ਵੱਡਾ ਐਡਵਾਂਟੇਜ ਜਿਹੜਾ ਸੀਗਾ ਉਹ ਸੈਮੀ ਅਰਬਨ ਤੇ ਅਰਬਨ ਏਰੀਆ ਦੇ ਵਿੱਚੋਂ ਸੀ, ਜਿੱਥੇ ਖਾਸ ਕਰਕੇ ਹਿੰਦੂ ਭਾਈਚਾਰੇ ਨੇ ਇਹਨੂੰ ਵੱਡੀ ਜਿਹੜੀ ਆ ਵੋਟ ਦਿੱਤੀ ਸੀਗੀ। ਇਸ ਵਾਰੀ ਕਿਉਂਕਿ ਬੀਜੇਪੀ ਇੱਕ ਪਲੇਅਰ ਹੈਗਾ ਵਾ, ਔਰ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਤਾਂ ਬਹੁਤਾ ਖੁਸ਼ ਨਹੀਂ ਹੈਗਾ ਜਿਹੜਾ ਬਿਜ਼ਨਸ ਕਮਿਊਨਿਟੀ ਆ, ਬੀਜੇਪੀ ਨਾਲ ਵੀ ਬਹੁਤਾ ਖੁਸ਼ ਨਹੀਂ ਹੈਗਾ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸ਼ਾਇਦ ਜੇ ਉਹਨਾਂ ਨੇ ਇਹ ਕੋਈ ਤਾਂ ਬੀਜੇਪੀ ਨੂੰ ਜਾਣਗੇ ਜਿਹੜੇ ਦੇ ਕੱਟੜ ਹੈਗੇ ਆ, ਪਰ ਜਿਹੜਾ ਬਿਟਵੀਨ ਦਾ ਲਾਈਨ ਵਾਲਾ ਹੈਗਾ, ਜਿਹੜੇ ਸੋਚਦੇ ਆ, ਉਹਨਾਂ ਲੱਗਦਾ ਵੀ ਜੇ ਕੇਜਰੀਵਾਲ, ਅਸੀਂ ਕਿਉਂਕਿ ਵੋਟ ਕੇਜਰੀਵਾਲ ਦੇ ਨਾਂ ਤੇ ਮੰਗੀ ਜਾ ਰਹੀ ਹੈ, ਜੇ ਭਗਵੰਤ ਮਾਨ ਦਾ ਨਾਂ ਬਾਅਦ ਚ ਆਉਂਦਾ, ਵੀ ਲੋਕ ਕੇਜਰੀਵਾਲ ਦਾ ਨਾਂ ਆਉਂਦਾ, ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ ਨਾਲ ਕਾਂਗਰਸ ਨੂੰ ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਵੱਡਾ ਚੈਲੰਜ ਕਰਨ ਦੀ ਜਿਹੜੀ ਹੈਗੀ ਆ, ਜਦ ਉਹਦੀ ਜਿਹੜੀ ਮਤਲਬ ਚੈਲੰਜ ਕਰਨਾ ਪਊਗਾ। ਹਾਂ, ਜਿਹੜੀ ਗੱਲ ਤੁਸੀਂ ਰਹੀ ਆ ਕਿ ਦਲਿਤ ਭਾਈਚਾਰੇ ਦੀ ਗੱਲ ਹੈਗੀ ਆ, ਉਹ ਠੀਕ ਆ ਕਿ ਦਲਿਤ ਭਾਈਚਾਰਾ ਜਿਹੜਾ ਹੈਗਾ ਵਾ, ਚੰਨੀ ਸਾਹਿਬ ਮੁੱਖ ਮੰਤਰੀ ਬਣਨ ਦੇ ਨਾਲ ਉਹਨਾਂ 'ਚ ਇੱਕ ਨਵੀਂ ਊਰਜਾ, ਨਵੀਂ ਸੈਂਸ ਆਫ ਬਿਲੋਂਗਿੰਗ, ਸੈਂਸ ਆਫ ਇੰਪਾਵਰਮੈਂਟ ਆਈ ਆ, ਪਰ ਉਹ ਵੀ ਅਲਟੀਮੇਟਲੀ ਵੰਡੇ ਹੋਏ ਆ। ਜੇ 34 ਸੀਟਾਂ ਰਿਜ਼ਰਵ ਹੈਗੀਆਂ, ਤੇ ਉਹਦੇ ਵਿੱਚ ਹੋਰਨਾਂ ਪਾਰਟੀਆਂ ਦੇ ਵੀ ਜਿਹੜੇ ਲੋਕ ਖੜੇ ਆ, ਉਹ ਇਸ ਭਾਈਚਾਰੇ ਨਾਲ ਸੰਬੰਧਿਤ ਆ। ਚੋਣਾਂ ਜਿੱਤਣ ਦੇ ਵਿੱਚ, ਚੋਣਾਂ ਹਾਰਨ ਦੇ ਵਿੱਚ ਕਦੀ ਵੀ 1 to 1 ਇੱਕ ਜਾਂ ਦੋ ਕਾਰਨ ਨਹੀਂ ਹੁੰਦੇ,
ਉਹਦੇ 8 9 10 ਕਾਰਨ ਹੁੰਦੇ ਆ, ਪਰ ਸਾਰਿਆਂ ਕਾਰਨਾਂ ਤੋਂ ਵੱਧ ਕਾਰਨ ਜਿਹੜਾ ਹੁੰਦਾ ਵਾ ਉਹ ਹੁੰਦਾ ਕਿ ਜਿਹੜੀ ਸਰਕਾਰ ਹੈਗੀ ਆ ਉਹਦੀ ਕਾਰਗੁਜ਼ਾਰੀ ਕੀ ਰਹੀ, ਉਹਦੀ ਪਰਫਾਰਮੈਂਸ ਕੀ ਰਹੀ, ਔਰ ਲੋਕਾਂ ਦੀ ਸੈਟੀਸਫੈਕਸ਼ਨ ਦਾ ਲੈਵਲ ਕੀ ਰਿਹਾ। ਇਹ ਸਾਡਾ ਫਾਰਚੂਨੇਟ ਸਾਡਾ ਪਾਰਟ ਸੀਗਾ ਕਿ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਸੀਗੀ ਤੇ ਦਿੱਲੀ ਦੇ ਵਿੱਚ ਜਿਹੜੀ ਕਾਂਗਰਸ ਦੀ ਜਿਹੜੀ ਸਰਕਾਰ ਵਾ ਉਹ ਖਾਸ ਕਰਕੇ ਬੀਜੇਪੀ ਦੀ ਆ। ਜਦੋਂ ਆਪਾਂ ਮਹਿੰਗਾਈ ਦੇ ਮੁੱਦੇ ਦੀ ਗੱਲ ਕਰਦੇ ਹਾਂ, ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਲੋਕਾਂ ਦੇ ਹਿਸਾਬ ਨਾਲ ਜਿਹੜੀ ਮਹਿੰਗਾਈ ਹੈਗੀ ਆ ਉਹਦੇ ਲਈ ਕੇਂਦਰ ਸਰਕਾਰ ਜ਼ਿਆਦਾ ਜ਼ਿੰਮੇਦਾਰ ਹੁੰਦੀ ਆ। ਬੇਰੁਜ਼ਗਾਰੀ ਲਈ ਸਟੇਟ ਗਵਰਨਮੈਂਟ ਦੀ ਗੱਲ ਕਰਦੇ ਆ, ਪਰ ਕਿਉਂਕਿ ਵੱਡਾ ਮਸਲਾ ਇਸ ਵੇਲੇ ਸਭ ਨੂੰ ਪਤਾ ਕਿ ਜਿਸ ਕਿਸਮ ਦੀ ਰੁਜ਼ਗਾਰ ਦੀ ਅਸੀਂ ਗੱਲ ਕਰਦੀਆਂ ਸਰਕਾਰਾਂ, ਉਹ ਰੁਜ਼ਗਾਰ ਉੱਦਾਂ ਨਹੀਂ ਦਿੱਤਾ ਜਾ ਸਕਦਾ। ਇੰਡਸਟਰੀ ਤੋਂ ਬਿਨਾਂ ਰੁਜ਼ਗਾਰ ਨਹੀਂ ਹੋ ਸਕਦਾ, ਕੋਈ ਟ੍ਰੇਡ ਤੋਂ ਬਿਨਾਂ ਜਿਹੜਾ ਰੁਜ਼ਗਾਰ ਨਹੀਂ ਹੋ ਸਕਦਾ। ਪਰ ਜਿਹੜੀ ਮਹਿੰਗਾਈ ਹੈਗੀ ਆ ਉਹ ਮੈਨੂੰ ਲੱਗਦਾ ਵੀ ਇਸ ਵੇਲੇ ਬਹੁਤ ਵੱਡਾ ਇੱਕ ਜਿਹੜਾ ਇੱਕ ਕਾਰਨ ਹੋਊਗਾ। ਔਰ ਉਸ ਕਾਰਨ ਲਈ ਜਿਹੜੀ ਬੀਜੇਪੀ ਆ, ਜਿਹੜਾ ਕੇਂਦਰ ਸਰਕਾਰ ਆ, ਮੋਟੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਪਿਛਲੀਆਂ ਸਾਰੀ ਸਟੱਡੀਜ਼ ਦੇ ਵਿੱਚ ਉਹ ਹਮੇਸ਼ਾ ਹੀ ਜਿਹੜਾ ਕੇਂਦਰ ਸਰਕਾਰ ਨੂੰ ਜਿਹੜਾ ਉਹਦੇ ਲਈ ਦੋਸ਼ੀ ਜਿਹੜਾ ਮੰਨਿਆ ਜਾਂਦਾ। ਕਾਂਗਰਸ ਸਰਕਾਰ ਦਾ ਇੱਕ ਵੱਡਾ ਮੈਨੂੰ ਲੱਗਦਾ ਵੀ ਰਜਿਸਟੈਂਸ ਜਿਹੜੀ ਆ, ਇੰਪਲਾਈਜ਼ ਇਹਦੇ ਨਾਲ ਬਹੁਤ ਜ਼ਿਆਦਾ ਖੁਸ਼ ਨਹੀਂ ਹੈਗਾ। ਔਰ ਪੰਜਾਬ ਦੇ ਵਿੱਚ ਇੱਕ ਵੱਡੀ ਗਿਣਤੀ ਜਿਹੜੀ ਹੈਗੀ ਆ ਉਹ ਮੁਲਾਜ਼ਮਾਂ ਦੀ ਹੈਗੀ ਆ, ਪੈਨਸ਼ਨਰਸ ਦੀ ਹੈਗੀ ਆ। ਤੇ ਮੈਨੂੰ ਲੱਗਦਾ ਕਿ ਜੇ ਤਬਦੀਲੀ ਦੀ ਗੱਲ ਆਉਂਦੀ ਆ, ਬਦਲਾਅ ਦੀ ਗੱਲ ਆਉਂਦੀ ਆ, ਜਾਂ ਕਿਤੇ ਨਾ ਕਿਤੇ ਹੋਰ ਕੋਈ ਉਹ ਝਾੜੂ ਵਾਲੇ ਦੀ ਗੱਲ ਕਰਦੇ ਆ, ਤੇ ਉਹਦੇ ਵਿੱਚ ਜਿਹੜੇ ਮੁਲਾਜ਼ਮ ਵੀ ਹੈਗੇ ਆ ਉਹਨਾਂ ਦਾ ਵੀ ਕਾਫੀ ਵੱਡਾ ਜਿਹੜਾ ਇੱਕ ਰੋਲ ਹੋ ਸਕਦਾ। ਤੇ ਇਸੇ ਕਰਕੇ ਮੈਂ ਕਹਿਣ ਤੋਂ ਭਾਵ ਹੈਗਾ ਕਿ ਸਾਰੇ ਮੁੱਦੇ ਆ ਲੋਕਾਂ ਦੇ ਸਾਹਮਣੇ, ਤੇ ਇਹਦਾ ਕੀ ਆਊਟਕਮ ਨਿਕਲਦਾ ਉਹ ਤਾਂ ਸਾਡੇ ਸਾਹਮਣੇ 10 ਤਰੀਕ ਨੂੰ ਜਾਂ 10 ਤਰੀਕ ਤੋਂ ਬਾਅਦ ਜਿਹੜਾ ਹੋਊਗਾ ਐਨਾਲਿਸਿਸ ਹੋਊਗਾ ਉਹਦੇ ਵਿੱਚੋਂ ਨਿਕਲੂਗਾ। ਬਿਲਕੁਲ, ਮੈਂ ਮੁੱਦੇ ਅਗਲਾ ਸਵਾਲ ਮੁੱਦਿਆ ਹੁਣ ਥੋੜਾ ਜਿਹਾ ਧਿਆਨ ਕਿ ਜਦੋਂ ਚੋਣਾਂ ਤੋਂ ਪਹਿਲਾਂ ਦੀਪ ਸਿੱਧੂ ਦੀ ਮੌਤ ਹੋ ਜਾਂਦੀ ਹੈ, ਉਸ ਵੇਲੇ ਦਾ ਮਾਹੌਲ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਉਹਦੇ ਭੋਗ ਦੇ ਦੌਰਾਨ ਜੋ ਕੁਝ ਇਕੱਠ ਹੋਇਆ, ਬੀਜੇਪੀ ਵਾਲੇ ਕਹਿੰਦੇ ਜਾਂ ਕੌਣ ਸੀ, ਮਤਲਬ ਕਿ ਜਿਸ ਤਰੀਕੇ ਨਾਲ ਕੇਸਰੀ ਨਿਸ਼ਾਨ ਸਾਹਿਬ ਜਾਂ ਕੇਸਰੀ ਉੱਤੇ ਮਾਰਚ ਕੱਢੇ ਗਏ, ਜਾਂ ਇੱਕ ਪੰਜਾਬ ਇੱਕ ਨਵੇਂ ਜਿਹੜੀ ਦੇਖਣ ਨੂੰ ਮਿਲ ਉਸ ਤੋਂ ਬਾਅਦ ਇਹਨੂੰ ਕਿੱਦਾਂ ਦੇਖਦੇ ਹੋ ਪੰਜਾਬ ਦੀ ਸਿਆਸੀ ਸਰਕਾਰ ਦੇ ਉੱਤੇ? ਮੈਨੂੰ ਲੱਗਦਾ ਵੀ ਉਹ ਚੀਜ਼ਾਂ ਜਿਹੜੀਆਂ ਉਹਨਾਂ ਦਾ ਸਿਆਸਤ ਤੇ ਅਸਰ ਹੋ ਸਕਦਾ, ਲੋਕਾਂ ਦੇ ਵੋਟ ਪਾਉਣ ਦੇ ਉੱਤੇ ਕੋਈ ਕਹੀਏ ਕਿ ਬਹੁਤ ਵੱਡੇ ਤੌਰ ਤੇ ਅਸਰ ਹੋਊਗਾ, ਉਹ ਗੱਲ ਦੇ ਨਾਲ ਮੈਂ ਸਹਿਮਤ ਨਹੀਂ ਹੈਗਾ। ਕਿ ਇਹ ਜਿਹੜਾ ਇੱਕ ਇੰਸੀਡੈਂਟ ਅਨਫੋਰਚੂਨੇਟ ਇੰਸੀਡੈਂਟ ਹੋਇਆ ਕਿ ਇੱਕ ਯੰਗ ਐਨਰਜੈਟਿਕ ਔਰ ਇਸ ਕਿਸਮ ਦਾ ਜਿਹੜਾ ਹੈਗਾ ਸੀਗਾ ਇੱਕ ਵਿਅਕਤੀ ਦਾ ਚਲੇ ਜਾਣਾ, ਉਹਦੀ ਇਸ ਮਤਲਬ ਜਿਹੜੀ ਡੈਥ ਹੋ ਜਾਣੀ, ਉਹਦੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਆ। ਠੀਕ ਆ, ਕੁਝ ਲੋਕ ਆ ਜਾਂ ਮੈਂ ਵੀ ਉਹਦੀ ਵਿਚਾਰਧਾਰਾ ਨਾਲ ਸਹਿਮਤ ਹੈ ਨਹੀਂ, ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਉਹ ਜਿੰਨਾ ਉਹਦੇ ਵਿੱਚ ਇੱਕ ਕਿਸਮ ਦੀ ਮੈਨੂੰ ਲੱਗਦਾ ਵੀ ਉਹ ਚਾਹੁੰਦਾ ਹੋਊਗਾ ਕਿ ਪੰਜਾਬ ਦੇ ਮਸਲੇ ਇਸ ਤਰੀਕੇ ਨਾਲ ਹੱਲ ਕੀਤੇ ਜਾ ਸਕਦੇ ਆ, ਜਾਂ ਸਾਡੇ ਹੋਰ ਇਸ਼ੂ ਜਿਹੜੇ ਹੈਗੇ ਉਹਨਾਂ ਨੂੰ ਉਹਦੀ ਆਪਣੀ ਸੋਚ ਸੀਗੀ, ਉਹਦੀ ਆਪਣੀ ਜਿਹੜੀ ਹੈਗੀ ਸੀ ਉਸ ਕਿਸਮ ਦੀ ਅੰਡਰਸਟੈਂਡਿੰਗ ਸੀ, ਉਹਦੇ ਨਾਲ ਸਹਿਮਤੀ ਕਿਸਾਨ ਮੋਰਚੇ ਦੀ ਵੀ ਨਹੀਂ ਹੈਗੀ, ਬਹੁਤੇ ਲੋਕਾਂ ਦੀ ਵੀ ਨਹੀਂ ਹੈਗੀ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਵੀ ਉਹ ਸਾਰਾ ਕੁਝ ਹੋਇਆ ਹੈ, ਭੋਗ ਦੀ ਆਪਾਂ ਗੱਲ ਕਰਦੇ ਹਾਂ, ਜਾਂ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਮਾਲਵੇ ਦੇ ਵਿੱਚ ਉਹਦੇ ਨਾਲ ਵੋਟਾਂ ਦੇ ਅਸਰ ਪਊਗਾ, ਮੈਨੂੰ ਨਹੀਂ ਲੱਗਦਾ। ਮੈਂ ਕਿਉਂਕਿ ਅਸੀਂ ਪਿਛਲੀ ਵਾਰੀ ਵੀ ਦੇਖਿਆ ਸੀਗਾ ਕਿ ਜਿਹੜਾ 15 ਦੇ ਵਿੱਚ ਹੋਇਆ ਸੀ, 16 ਦੇ ਵਿੱਚ ਹੈ, ਉਹਦਾ ਜਦੋਂ ਲੋਕਾਂ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਤੁਹਾਡਾ ਵੋਟ ਪਾਉਣ ਤੇ ਇਹਦਾ ਕਿੰਨਾ ਅਸਰ ਹੋਊਗਾ, ਉਹ ਵੋਟ ਪਾਉਣ ਦੇ ਉੱਤੇ ਬਹੁਤਾ ਅਸਰ ਨਹੀਂ ਹੁੰਦਾ। ਵੋਟ ਪਾਉਣ ਦੇ ਉੱਤੇ ਜ਼ਿਆਦਾ ਅਸਰ ਜਿਹੜਾ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ, ਆਰਥਿਕ ਮੁਸ਼ਕਲਾਂ ਜਿਹੜੀਆਂ ਹੈਗੀਆਂ, ਲੋਕਾਂ ਦੇ ਜਿਹੜੇ ਇਹ ਮੁੱਦੇ ਜਿਹੜੇ ਹੈਗੇ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ, ਜਾਂ ਰੋਜ਼ਮਰਾ ਜ਼ਿੰਦਗੀ ਦੇ ਨਾਲ ਜਿਹੜੀਆਂ ਉਹਨਾਂ ਨੂੰ ਤਕਲੀਫਾਂ ਨੂੰ ਇਨਕਾਊਂਟਰ ਕਰਨਾ ਪੈਂਦਾ, ਕਰਪਸ਼ਨ ਹੈਗੀ ਹਰ ਲੈਵਲ ਦੇ ਉੱਤੇ, ਉਹ ਉਹਦੇ ਵਿੱਚ ਆ ਜਾਂਦਾ ਵਾ, ਧੱਕੇਸ਼ਾਹੀ ਹੋ ਜਾਂਦੀ ਆ, ਨਸ਼ੇ ਉਹਦੇ ਵਿੱਚ ਹੋ ਜਾਂਦੇ ਆ, ਫਿਰ ਉਹਦੇ ਵਿੱਚ ਆ ਕੇ ਪ੍ਰੋਪਰ ਜਿਹੜਾ ਕੋਈ ਉਹਨਾਂ ਨੂੰ ਇੰਪਲਾਇਮੈਂਟ ਨਹੀਂ ਮਿਲਦੀ ਉਹਦੇ ਵਿੱਚੋਂ, ਜਾਂ ਉਹ ਚਾਹੁੰਦੇ ਆ ਵਿਦਿਆ ਨਹੀਂ ਮਿਲ ਰਹੀ, ਬਹੁਤ ਮਹਿੰਗੀ ਹੈਗੀ। ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਬਣਨਾ ਚਾਹੀਦਾ ਕਿ ਪੰਜਾਬ ਦੀ ਵਿਦਿਆ ਇਸ ਵੇਲੇ ਜਾਂ ਤਾਂ ਬਹੁਤ ਉਸ ਹਿਸਾਬ ਨਾਲ ਲੱਚਰ ਹੋ ਚੁੱਕੀ ਆ, ਤੇ ਜਾਂ ਉਹ ਬਹੁਤ ਮਹਿੰਗੀ ਆ। ਲੱਚਰ ਮੈਂ ਇਸ ਕਰਕੇ ਕਹਿਣ ਡਿਆ ਵੀ ਕੋਈ ਨਵੀਂ ਭਰਤੀ ਉਸ ਕਿਸਮ ਦੀ ਨਹੀਂ ਹੋ ਰਹੀ। ਜਿਹੜੇ ਟੀਚਰ ਭਰਤੀ ਕੀਤੇ ਜਾ ਰਹੇ ਆ ਉਹਦੇ ਨਾਲੋਂ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਟੀਚਰ ਭਰਤੀ ਕੀਤਾ ਜਾਂਦਾ, ਉਹ ਤੁਸੀਂ ਜਿਹੜਾ ਡਰਾਈਵਰ ਜਿਹੜਾ ਹੈਗਾ ਤੁਸੀਂ ਰੱਖਣਾ ਹੋਵੇ ਘਰ ਦੇ ਵਿੱਚ, ਉਹ ਪੈਸੇ ਤੁਹਾਡੇ ਕੋਲ ਜ਼ਿਆਦਾ ਮੰਗਦਾ। 15-15 ਹਜ਼ਾਰ ਦੇ ਉੱਤੇ ਤੁਸੀਂ 3-3 ਸਾਲ ਇੱਕ ਟੀਚਰ ਨੂੰ ਰੱਖ ਰਹੇ ਜੋ। ਇਹੀ ਹਾਲ ਸਕੂਲਾਂ ਦੇ ਵਿੱਚ ਆ ਪਿਛਲੇ, ਖਾਸ ਕਰਕੇ ਬਾਦਲ ਸਾਹਿਬ ਦੇ ਸਮੇਂ ਤੋਂ ਇਹ ਸਾਰਾ ਵਰਤਾਰਾ ਸ਼ੁਰੂ ਹੋਇਆ ਸੀਗਾ। ਤੋ ਇਸ ਕਰਕੇ ਹੁਣ ਅਸੀਂ ਉਸ ਮੁਕਾਮ ਤੇ ਪਹੁੰਚੇ ਹਾਂ, ਲੋਕਾਂ ਨੂੰ ਗੱਲਬਾਤ ਕਰਕੇ ਪਤਾ ਲੱਗਦਾ ਵੀ ਹਰ ਵਿਅਕਤੀ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦਾ। ਇਹ ਬਹੁਤ ਚੰਗੀ ਗੱਲ ਆ ਸੁਖਵਿੰਦਰ ਜੀ, ਕਿਸੇ ਸਮੇਂ ਦੇ ਵਿੱਚ ਲੋਕੀ ਕਹਿੰਦੇ ਹੁੰਦੇ ਪੜ੍ਹਿਆਂ ਕੀ ਫਰਕ ਪੈਣਾ, ਪੜ੍ਹਨਾ ਕੀ ਮਿਲਦਾ ਹੈ। ਇਹ ਅੱਜ ਤੋਂ 20-25-30 ਸਾਲ ਪੁਰਾਣੀ ਗੱਲ ਸੀਗੀ।
ਸਰਕਾਰ ਬਹੁਤ ਐਫਰਟ ਕਰਦੀ ਆ, ਪਰ ਹੁਣ ਲੋਕਾਂ ਦੀ ਸੋਚ ਦਾ ਹਿੱਸਾ ਬਣ ਗਿਆ। ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖ ਲਓ, ਗਰੀਬ ਆ, ਅਮੀਰ ਆ, ਪਿੰਡ 'ਚ ਰਹਿੰਦਾ ਵਾ, ਮਜ਼ਦੂਰੀ ਕਰਦਾ ਵਾ, ਜੋ ਮਰਜ਼ੀ ਕਰਦਾ, ਉਹਦੇ ਸ਼ਾਇਦ ਮਤਲਬ ਸੋਚ ਦੇ ਵਿੱਚ ਇਹ ਗੱਲ ਆ ਗਈ ਆ, ਪੜ੍ਹਾਈ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਹਰ ਕੋਈ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦਾ ਵਾ, ਹਰ ਇੱਕ ਬੱਚੇ ਨੂੰ ਜਿਹੜਾ ਹੈ ਉਹਦੇ ਵਿੱਚੋਂ ਆਪਣਾ ਭਵਿੱਖ ਦੇਖਦਾ। ਪਰ ਸਾਡਾ ਜਿਹੜਾ ਪਬਲਿਕ ਸਿਸਟਮ ਹੈਗਾ ਵਾ, ਠੀਕ ਆ, ਉਹ 'ਚ ਸੁਧਾਰ ਹੋਇਆ, ਮੈਂ ਨਹੀਂ ਕਹਿੰਦਾ ਵੀ ਜਿਹੜਾ ਉਹ 'ਚ ਸੁਧਾਰ ਨਹੀਂ ਹੋਇਆ, ਪਰ ਸੁਧਾਰ ਇੰਨਾ ਜ਼ਿਆਦਾ ਨਹੀਂ ਹੈਗਾ ਉਹਨੂੰ ਅਟਰੈਕਟ ਕਰ ਸਕੇ। ਅਜੇ ਵੀ ਉੱਥੇ ਕੰਮ ਚਲਾਊ ਹੈਗਾ। ਇਹ ਸਰਕਾਰ ਨੇ ਠੀਕ ਆ ਭਰਤੀਆਂ ਕੀਤੀਆਂ ਸਕੂਲਾਂ ਦੇ ਵਿੱਚ, ਸਾਰਾ ਕੁਝ ਹੈਗਾ, ਪਰ ਇਹਦੇ ਨਾਲ ਨਾਲ ਜਿਹੜੀਆਂ ਇਨਫਰਾਸਟਰਕਚਰ ਚਾਹੀਦਾ ਸੀਗਾ, ਤੁਸੀਂ ਪ੍ਰਾਇਮਰੀ ਸਕੂਲਾਂ ਪਿੰਡਾਂ ਦੇ ਵਿੱਚ ਜਾਓ, ਮੈਂ ਵੀ ਜਾਂਦਾ ਆਪਣੇ ਪਿੰਡ ਵੇਖੀਦਾ, ਉਹਨੂੰ ਕਲੀ ਕਰਤਾ, ਰੰਗ ਰੋਗਨ ਕਰਤਾ, ਪੇਂਟ ਕਰਤਾ, ਲਿਖਤਾ ਜੀ ਇਹ ਕਿਹੜੇ ਸਕੂਲ ਹੈਗੇ ਆ, ਜਿਹੜੇ ਆਦਰਸ਼ ਸਕੂਲ ਹੈਗੇ ਆ, ਜਾਂ ਸਮਾਰਟ ਸਕੂਲ ਬਣ ਗਏ। ਤੁਸੀਂ ਸਾਰਾ ਕੁਝ ਉੱਥੇ ਰੱਖਿਆ ਹੈਗਾ, ਪਰ ਬੱਚਿਆਂ ਤੱਕ ਪਹੁੰਚ ਨਹੀਂ ਹੈਗੀ ਉਸ ਤਰੀਕੇ ਦੇ ਨਾਲ। ਸੋ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ, ਉਹ ਮੇਰੇ ਖਿਆਲ ਜਦੋਂ ਵੋਟ ਪਾਉਂਦਾ ਵਿਅਕਤੀ, ਉਹਦੇ ਉੱਤੇ ਭਾਰੀ ਹੁੰਦੀਆਂ। ਮੈਂ ਨਹੀਂ ਕਹਿੰਦਾ ਵੀ ਇਹ ਜਿਹੜਾ ਹੈਗਾ, ਜਿਹੜੇ ਇਹ ਇਮੋਸ਼ਨਲ ਇਸ਼ੂ ਨਹੀਂ ਭਾਰੀ ਹੁੰਦੇ, ਪਰ ਮੈਨੂੰ ਲੱਗਦਾ ਕਿ ਇਮੋਸ਼ਨਲ ਤੇ ਜਿਹੜੀ ਪੋਲਿਟਿਕਸ ਹੈਗੀ ਆ, ਜਿਹੜਾ ਜ਼ਿਆਦਾ ਸੰਬੰਧ ਹੁੰਦਾ ਸੀ ਕਿ ਇਸ ਸਮੇਂ ਦੇ ਜਦੋਂ ਧਰਮ ਤੇ ਰਾਜਨੀਤੀ ਦਾ ਹੁੰਦਾ ਸੀਗਾ, ਉਹ ਸ਼ਾਇਦ ਉਹ ਜਿਹੜਾ ਪਾਣੀ ਆ ਕਾਫੀ ਪੁਲਾਂ ਥੱਲੇ ਲੰਘ ਚੁੱਕਾ ਵਾ, ਤੇ ਉਹ ਮੁੱਦੇ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ। ਮੈਨੂੰ ਇਹ ਗੱਲ ਨਹੀਂ ਲੱਗਦੀ ਜਿਹੜੀ ਹੈਗੀ ਆ ਇਸ ਸਮੇਂ ਅਪੀਲ ਕਰਦੀ ਹੋਈ। ਜੀ, ਜਿੱਥੋਂ ਤੱਕ ਤੁਸੀਂ ਮੁੱਦਿਆਂ ਦੀ ਗੱਲ ਕਰਦੇ ਹੋ, ਮੈਂ ਹੁਣ ਉਸੇ ਸਵਾਲ ਤੇ ਆਉਣਾ ਕਿ ਪਾਸੇ ਤਾਂ ਅਸੀਂ ਜਿਹੜੇ ਮੁੱਦੇ ਤੁਸੀਂ ਕਹਿ ਰਹੇ ਹੋ ਕਿ ਲੋਕ ਥੋੜੇ ਜਿਹੇ ਸੁਚੇਤ ਹੋਏ ਨੇ, ਲੋਕ ਜਾਗਰੂਕ ਹੋਏ ਨੇ, ਕਿਸਾਨੀ ਸੰਘਰਸ਼ ਨੇ ਲੋਕਾਂ ਨੂੰ ਬਹੁਤ ਕੁਝ ਸਿਖਾਇਆ, ਪਰ ਜਦੋਂ ਤੱਕ ਮੈਨੂੰ ਏਦਾਂ ਲੱਗਦਾ ਕਿ ਜਿਵੇਂ ਹੁਣ BBMB ਦਾ ਮੁੱਦਾ ਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ, ਉਹ ਜਦੋਂ ਤੱਕ ਆਪਣਾ ਨਿੱਜੀ ਮੁੱਦਾ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਲੋਕਾਂ ਨੂੰ ਲੱਗਦਾ ਹੈ ਕਿ ਇਹ ਠੀਕ ਆ, ਸਰਕਾਰਾਂ ਨੇ ਜੋ ਕੀਤਾ, ਉਹ ਬਿਆਨ ਇੱਧਰੋਂ ਉੱਧਰ ਆ ਰਹੇ ਨੇ, BJP ਵਾਲੇ ਸਪਸ਼ਟੀਕਰਨ ਦੇ ਰਹੇ ਨੇ ਕਿ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਹੋਇਆ। ਉਹ ਮੀਡੀਆ ਦੀ ਇੱਕ ਖਬਰ ਉਹ ਲੋਕਾਂ ਤੱਕ ਉਹ ਪਹੁੰਚੇਗੀ ਕਿ ਹਾਂਜੀ ਇਹ ਤਾਂ ਜੀ ਐਵੇਂ ਰੌਲਾ ਪਾਈ ਜਾਂਦੇ ਨੇ, ਤੇ ਜਿਹੜੇ ਰੌਲਾ ਪਾ ਰਹੇ ਨੇ ਉਹ ਵੀ ਮਤਲਬ ਕਿ ਉਹ ਉਸ ਕਿਸਮ ਦਾ ਸੰਘਰਸ਼ ਸ਼ੁਰੂ ਤਾਂ ਕਰਨਾ ਚਾਹੁੰਦੇ ਨੇ, ਪਰ ਏਦਾਂ ਲੱਗਦਾ ਕਿ ਲੋਕ ਜਿਹੜੇ ਨੇ, ਆਮ ਲੋਕ ਜਿਵੇਂ ਸਾਡੇ ਨਾਲ ਜਿਹੜੇ ਲੋਕ ਰਹਿੰਦੇ ਨੇ, ਉਹਨਾਂ ਨੂੰ ਇਸ ਬਾਰੇ ਕੋਈ ਬਹੁਤੀ ਗੰਭੀਰਤਾ ਨਹੀਂ ਉਹ ਦਿਖਾਉਂਦੇ। ਜੇ ਕਿਤੇ ਕਿਸਾਨੀ ਅੰਦੋਲਨ ਵਾਂਗੂ ਜਾਂ ਖੇਤੀ ਕਾਨੂੰਨਾਂ ਵਾਂਗੂ ਗੰਭੀਰਤਾ ਦਿਖਾਈ ਹੁੰਦੀ ਤੇ ਅੱਜ ਆ BBMB ਵਾਲਾ ਮਸਲਾ ਨਹੀਂ ਸੀ ਹੋਣਾ, ਤੇ ਅੱਗੋਂ ਵੀ ਨਹੀਂ ਹੋਰ ਮਸਲੇ ਹੋਣੇ। ਮੈਨੂੰ ਲੱਗਦਾ ਇਹ ਇੱਕ ਲੰਬਾ ਬਹਿਸ ਦਾ ਵਿਸ਼ਾ, ਆਪਾਂ ਤੇ ਪੂਰੀ ਗੱਲਬਾਤ ਕਰ ਸਕਦੇ ਹਾਂ। ਭਾਖੜਾ ਬਿਆਸ ਮੈਨੇਜਮੈਂਟ ਬੋਰਡ 5 ਸਟੇਟਾਂ, 3 ਸਟੇਟਾਂ ਤੇ 2 ਯੂਨੀਅਨ ਟੈਰੀਟਰੀ ਦੀ ਲਾਈਫ ਲਾਈਨ ਹੈਗੀ ਆ। ਰਾਜਸਥਾਨ ਹੈਗਾ, ਉਹਦੇ ਵਿੱਚੋਂ ਹਰਿਆਣਾ, ਪੰਜਾਬ ਆ, UT ਹੈਗਾ, ਦਿੱਲੀ ਆ, ਇਹ ਪਾਣੀ ਦਿੰਦਾ ਵਾ, ਇਹ ਬਿਜਲੀ ਦਿੰਦਾ ਹੈਗਾ। 56 ਦੇ ਵਿੱਚ ਜਿਹੜਾ ਹੈਗਾ ਭਾਖੜਾ ਡੈਮ ਬਣਿਆ, ਉਦੋਂ ਇਹ ਕੋਈ ਮਸਲਾ ਨਹੀਂ ਸੀ ਕਿ ਹਿਮਾਚਲ ਦਾ ਉਹ ਪਾਰਟ ਵੀ ਪੰਜਾਬ ਦਾ ਹਿੱਸਾ ਸੀ, ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀਗਾ। 66 ਦੇ ਵਿੱਚ ਪੰਜਾਬ ਬਣ ਗਿਆ। ਚਲੋ ਉਸ ਤੋਂ ਬਾਅਦ ਜਦੋਂ ਪਾਣੀ ਦਾ ਇੱਕ ਇਸ਼ੂ ਬਣਿਆ ਹੈ, 74 ਦੇ ਵਿੱਚ ਇੰਦਰਾ ਗਾਂਧੀ ਦੀ ਸਮੇਂ ਦੇ ਵਿੱਚ ਜਿਹੜਾ ਇੱਕ ਇਹਦੇ ਉੱਤੇ ਇੱਕ ਫੈਸਲਾ ਹੋਇਆ ਸੀਗਾ, ਇੱਕ ਜਿਹੜਾ ਹੈਗਾ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕਿੱਦਾਂ ਮੈਨੇਜ ਕਰਨਾ ਹੈ। ਉਦੋਂ ਸਾਡੇ ਗਿਆਨੀ ਜੈਲ ਸਿੰਘ ਦੀ ਸਰਕਾਰ ਸੀਗੀ, ਹਰਿਆਣੇ ਦੇ ਵਿੱਚ ਸ਼ਾਇਦ ਉਦੋਂ ਕਾਂਗਰਸੀ ਸੀਗਾ, ਸ਼ਾਇਦ ਬੰਸੀ ਲਾਲ ਤਾਂ ਨਹੀਂ ਸੀ, ਸ਼ਾਇਦ ਬੰਸੀ ਲਾਲ ਦੀ ਸਰਕਾਰ ਸੀ ਜਾਂ ਗੁਪਤਾ ਦੀ ਸਰਕਾਰ ਸੀ, ਮੈਨੂੰ ਐਗਜ਼ੈਕਟ ਪਤਾ ਨਹੀਂ ਹੈ। ਉਹ 'ਚ ਇਹ ਕੀਤਾ ਸੀਗਾ ਕਿ 2 ਮੇਨ ਇੰਪੋਰਟੈਂਟ ਜਿਹੜਾ ਚੀਜ਼ਾਂ ਹੈਗੀਆਂ, ਇੱਕ ਪਾਵਰ ਬਣਦੀ ਆ, ਸਿਰਫ ਭਾਖੜਾ ਡੈਮ ਤੇ ਪਾਵਰ ਨਹੀਂ ਬਣਦੀ, ਥੱਲੇ ਡਾਊਨ ਸਟਰੀਮ ਦੇ ਉੱਤੇ ਵੀ ਤੁਹਾਡਾ ਜਿਹੜਾ ਹੈਗਾ ਵਾ ਪੌਂਗ ਡੈਮ ਦੇ ਵਿੱਚ ਬਿਜਲੀ ਬਣਦੀ ਆ, ਹੋਰ ਡਾਊਨ ਸਟਰੀਮ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਬਿਜਲੀ ਬਣਾਈ ਜਾਂਦੀ ਹੈ। ਤੇ ਇਹਨੂੰ ਮੈਨੇਜਮੈਂਟ ਕਰਨ ਵਾਸਤੇ 3 ਲੋਕ ਚਾਹੀਦੇ ਆ। ਜਿਹੜਾ ਪਾਵਰ ਦਾ ਇੰਜੀਨੀਅਰ ਹੋਊਗਾ ਉਹ ਪੰਜਾਬ ਦਾ ਹੋਊਗਾ, ਜਿਹੜਾ ਇਰੀਗੇਸ਼ਨ ਦਾ ਉਹ ਹਰਿਆਣਾ ਦਾ ਹੋਊਗਾ, ਤੇ ਚੇਅਰਮੈਨ ਜਿਹੜੀ ਹੈਗੀ ਆ ਉਹ ਸਰਕਾਰ ਜਿੱਥੋਂ ਜਿਹਨੂੰ ਮਰਜ਼ੀ ਵੀ ਲਾ ਸਕਦੀ ਉਹਦੇ ਵਿੱਚੋਂ। ਉਸ ਤੋਂ ਬਾਅਦ ਫਿਰ ਇਹ ਜਿਹੜਾ ਸੀ ਆਪਣਾ ਹਿਮਾਚਲ ਪ੍ਰਦੇਸ਼ ਨੇ ਵੀ ਕੰਟੈਸਟ ਕੀਤਾ, ਕਿਉਂਕਿ ਉਹ ਕਲੌਜ਼ ਜਿਹੜੀ ਸੀ ਓਪਨ ਸੀ, ਕੋਈ ਵੀ ਹੋ ਸਕਦਾ। ਉਹਨੇ ਕਿਹਾ ਨਹੀਂ, ਜਿਹੜਾ ਚੇਅਰਮੈਨ ਆ ਮੋਸਟਲੀ ਉਹ ਹਿਮਾਚਲ ਪ੍ਰਦੇਸ਼ ਦੇ ਉੱਤੋਂ ਹੋਣਾ ਚਾਹੀਦਾ। ਇਹ ਸਿਸਟਮ ਬਹੁਤ ਵਧੀਆ ਚੱਲੀ ਜਾਂਦਾ ਸੀਗਾ। ਹੁਣ ਆਣ ਕੇ ਸਰਕਾਰ ਨੇ ਇੱਕਦਮ ਉਹਨੂੰ ਬਦਲ ਦਿੱਤਾ। ਮੈਨੂੰ ਤਾਂ ਲੱਗਦਾ ਵੀ ਇਹ ਸਰਕਾਰ ਕੋਈ ਨਾ ਕੋਈ ਜਿਹੜਾ ਪੰਗਾ ਖੜਾ ਕਰਨਾ ਚਾਹੁੰਦੀ ਆ। ਇਹ ਜਿਹੜਾ ਕਿਸਾਨਾਂ ਦੀ ਜਿੱਤ ਸੀਗੀ ਜਾਂ 3 ਕਾਨੂੰਨਾਂ ਦੀ ਵਾਪਸੀ ਸੀਗੀ, ਉਹਨੂੰ ਇਹ ਡਾਈਜੈਸਟ ਨਹੀਂ ਕਰ ਸਕੇ। ਉਹਨੂੰ ਇਹ ਜਿਹੜਾ ਹੈਗਾ, ਉਹਨੂੰ ਅਜੇ ਵੀ ਉਹ ਰੜਕਦੇ ਆ ਵੀ ਮੈਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕੋਈ ਨਾ ਕੋਈ ਪੰਗਾ ਖੜਾ ਕਰਾਂ। ਦੇਖੋ, ਪਾਣੀ ਬਹੁਤ ਵੱਡਾ ਮਸਲਾ ਬਣਨ ਜਾ ਰਿਹਾ ਹੈ, ਔਰ ਪਾਣੀ ਇਸ ਵੇਲੇ ਬਹੁਤ ਵੱਡਾ ਜਿਹੜਾ ਹੈਗਾ ਦੂਸਰਾ ਇਹ ਚੈਲੰਜ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਵੀ ਲੜਾਈਆਂ ਹੋਣਗੀਆਂ ਜਾਂ ਜਿੰਨਾ ਵੀ ਜਿਹੜਾ ਇੱਥੇ ਲੜਾਈ ਉਹ ਨਹੀਂ ਹੈਗੀ, ਸਟੇਟਾਂ ਦੀਆਂ ਲੜਾਈਆਂ ਹੋਣਗੀਆਂ, ਅੱਗੇ ਵੀ ਹੋ ਰਹੀਆਂ। ਪੰਜਾਬ ਹਰਿਆਣੇ ਦੀ ਹੈਗੀ ਆ, ਕਾਵੇਰੀ ਵੱਟ ਤੁਸੀਂ ਦੇਖ ਲਓ, ਉੱਥੇ ਕਰਨਾਟਕਾ ਦੀ, ਤਾਮਿਲਨਾਡੂ ਦੀ, ਉਹਨਾਂ ਦੀਆਂ ਲੜਾਈਆਂ ਹੋਣੀਆਂ, ਉਹ ਇਹਦੇ ਉੱਤੋਂ ਹੋਣੀਆਂ। ਹੁਣ ਜਦੋਂ ਇਹ ਸਿਸਟਮ ਠੀਕ ਠਾਕ ਚੱਲ ਰਿਹਾ ਸੀਗਾ ਤੇ ਇਹ ਸਰਕਾਰ ਨੂੰ ਕੀ ਲੋੜ ਪਈ ਸੀ ਇਹਨੂੰ ਓਪਨ ਕਰਨ ਦੀ।
ਉਹ ਪਹਿਲਾਂ ਹੁੰਦਾ ਸੀ ਕਿ ਅਸੀਂ ਪੰਜਾਬ ਵਾਲੇ ਜਿਹੜੇ ਸੀ ਇਹਨਾਂ ਦੇ ਇੰਜੀਨੀਅਰਸ ਦੇ ਵਿੱਚੋਂ ਜਿਹੜਾ ਪਾਵਰ ਵਾਲਾ ਚਲੇ ਜਾਂਦਾ ਸੀ, ਹਰਿਆਣੇ ਦੇ ਵਿੱਚ ਉਧਰ ਆ ਜਾਂਦਾ ਸੀ। ਨਵੇਂ ਕਾਨੂੰਨ ਮੁਤਾਬਕ ਇਹਨਾਂ ਨੇ ਓਪਨ ਕਰ ਦਿੱਤਾ ਕਿ ਆਪੇ ਕੰਪੀਟ ਕਰਨਗੇ, ਮੈਰਿਟ ਦੇ ਬੇਸਿਸ ਤੇ ਚੱਲਣਗੇ। ਆਪਾਂ ਸਭ ਨੂੰ ਪਤਾ ਕਿ ਜਿਹੜੀਆਂ ਨੈਸ਼ਨਲ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਹੈਗੀ ਆ, ਜਾਂ ਨੈਸ਼ਨਲ ਥਰਮਲ ਜਿਹੜੀ ਪਾਵਰ ਕਾਰਪੋਰੇਸ਼ਨ ਹੈਗੀ ਆ, ਜਾਂ ਨਿਊਕਲੀਅਰ ਜਿਹੜੀ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਵਾ, ਜਿਹੜੇ ਉਹਦੇ ਵਿੱਚ ਇੰਜੀਨੀਅਰਸ ਹੋਣਗੇ, ਨੈਚੁਰਲੀ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਵੀ ਉਸ ਤਰੀਕੇ ਨਾਲ ਗਿਣਿਆ ਜਾਊਗਾ। ਵੱਡੀਆਂ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੂੰ ਐਡਵਾਂਟੇਜ ਵੀ ਹੋਊਗਾ। ਜਿਹੜੀ ਸਰਕਾਰ ਕਹਿੰਦੀ ਆ ਜੀ ਇਹ ਸਾਰੇ ਲਈ ਹੀ ਓਪਨ ਹੀ ਕੀਤਾ ਵਾ, ਤੁਸੀਂ ਜਦੋਂ ਓਪਨ ਕਰੋਗੇ, ਇੱਥੋਂ ਵੀ ਸੱਦੋਗੇ, ਤੁਸੀਂ ਕੋਈ ਵੀ ਕ੍ਰਾਈਟੇਰੀਆ ਬਣਾ ਸਕਦੇ ਜੋ। ਔਰ ਇਹ ਸਰਕਾਰ ਦਾ ਮੈਂ ਕੱਲ ਵੀ ਕਿਹਾ ਸੀਗਾ ਕਿ ਮਨਸ਼ਾ ਇਹ ਹੈਗੀ ਆ ਕਿ ਸੰਸਥਾਵਾਂ ਦੇ ਉੱਤੇ ਕੰਟਰੋਲ ਕਰਨਾ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਲਾਏ ਆ, ਜਿਸ ਤਰੀਕੇ ਨਾਲ ਵੱਡੀਆਂ ਵੱਡੀਆਂ ਜਿਹੜੀਆਂ ਇੰਸਟੀਟਿਊਸ਼ਨ ਦੇ ਉੱਤੇ ਇਹਨਾਂ ਨੇ ਬੰਦੇ ਬੈਠੇ ਆ, ਉਹ ਇਹਨਾਂ ਨੇ ਇੱਕ ਖਾਸ ਵਿਚਾਰਧਾਰਾ ਦੇ ਵਿੱਚ ਹੀ ਬਿਠਾਏ ਆ। ਤਾਂ ਜੇ ਇਹ ਫੈਸਲਾ ਜਿਹੜਾ ਇਹ ਲਾਗੂ ਕੀਤਾ ਜਾਂਦਾ ਤੇ ਇਹ ਬਹੁਤ ਕਲੀਅਰ ਹੈ। ਮੈਂ ਨਹੀਂ ਕਹਿੰਦਾ ਵੀ ਕੋਈ ਬਾਹਰਲੀ ਸਟੇਟ ਦਾ ਆਣ ਕੇ ਤੁਸੀਂ ਹੁਣ ਤਾਮਿਲਨਾਡੂ ਦਾ ਜਾਂ ਉੱਥੋਂ ਦਾ ਲਾ ਦਿਓ, ਮੈਂ ਨਹੀਂ ਕਹਿੰਦਾ ਵੀ ਉਹ, ਪਰ ਉਹ ਜਿਹੜੀਆਂ ਸਾਡੀਆਂ ਲੋਕਲ ਨੀਡਸ ਹੈਗੀਆਂ ਵਾ, ਪੰਜਾਬ ਦੀਆਂ ਨੀਡਸ ਹੈਗੀਆਂ ਵਾ, ਹਰਿਆਣੇ ਦੀਆਂ ਲੋੜਾਂ ਹੈਗੀਆਂ ਵਾ, ਜਾਂ ਇੱਥੋਂ ਦਾ ਰਾਜਸਥਾਨ ਦੀਆਂ ਲੋੜਾਂ ਹੈਗੀਆਂ, ਜਿਹੜੇ ਇੱਥੋਂ ਦੇ ਇੰਜੀਨੀਅਰ ਜਾਂਦੇ ਆ ਉਹ ਥੱਲਿਓਂ ਉੱਠ ਕੇ ਗਏ ਹੁੰਦੇ ਆ। ਉਹ ਐਸਡੀਓ ਤੋਂ ਕੋਈ ਬਣਿਆ ਹੁੰਦਾ ਵਾ, ਕੋਈ ਜਿਹੜਾ ਉਹਦਾ ਤਜਰਬਾ ਹੁੰਦਾ, ਫੀਲਡ ਦਾ ਤਜਰਬਾ ਹੁੰਦਾ, ਆਫਿਸ ਦਾ ਤਜਰਬਾ ਹੁੰਦਾ, ਉਹ ਇਹਨਾਂ ਜਿਹੜੇ ਏਰੀਆਜ਼ ਦੇ ਵਿੱਚ ਲੋਕਾਂ ਦੀਆਂ ਲੋੜਾਂ ਦਾ ਜਿਹੜਾ ਉਹਨਾਂ ਨੂੰ ਪਤਾ ਹੁੰਦਾ ਵਾ। ਤੋ ਇਸ ਕਰਕੇ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਹ ਸਿਸਟਮ ਨੂੰ ਮੈਨੇਜ ਕਰ ਸਕਦੇ ਆ ਜਾਂ ਕਰਾ ਸਕਦੇ ਆ। ਜੇ ਕੰਟਰੋਲ ਹੀ ਉਹਨਾਂ ਕੋਲ ਚਲੇ ਜਾਵੇ, ਦਿੱਲੀ ਵਾਲਾ ਪਾਣੀ ਮੰਗਦਾ ਉਹ ਦਿੱਲੀ ਨੂੰ ਛੱਡ ਦਿਆ ਕਰਨਗੇ, ਰਾਜਸਥਾਨ ਵਾਲਾ ਜਿਹਨੇ ਸਰਕਾਰ ਹੋਊਗੀ ਰਾਜਸਥਾਨ ਨੂੰ ਛੱਡ ਦੇ, ਜਿੱਥੇ ਇਲੈਕਸ਼ਨ ਕਰਾਉਣੀ ਹੋਊਗੀ ਉਸ ਪਾਸੇ ਨੂੰ ਪਾਣੀ ਵੀ ਦੇ ਦੇਣਗੇ, ਉਹ ਬਿਜਲੀ ਵੀ ਛੱਡ ਸਕਦੇ। ਕਿਉਂਕਿ ਇਹ ਸਰਕਾਰ ਦੀ ਜਿਹੜੀ ਸਾਨੂੰ ਮਨਸ਼ਾ ਹੈਗੀ ਆ, ਸਾਨੂੰ ਉਹਦੇ ਉੱਤੇ ਡਾਊਟ ਆ। ਇਹ ਸਰਕਾਰ ਦੀ ਜਿਹੜੀ ਇੰਪਾਰਸ਼ੈਲਿਟੀ ਹੈਗੀ ਸੈਂਟਰ ਸਰਕਾਰ ਦੀ, ਉਹਦੇ ਉੱਤੇ ਡਾਊਟ ਆ। ਇਹ ਸਰਕਾਰ ਦੀ ਜਿਹੜੀ ਮਾਈਨੋਰਟੀਜ਼ ਪ੍ਰਤੀ ਜਿਹੜਾ ਐਟੀਟਿਊਡ ਆ, ਸਾਨੂੰ ਉਹਦੇ ਉੱਤੇ ਡਾਊਟ ਹੈਗਾ। ਤੋ ਇਸ ਕਰਕੇ ਇੱਕ ਤਾਂ ਅਸੀਂ ਬਿਲਕੁਲ ਇਹ ਤੋਂ ਬਾਹਰ ਕਰ ਰਹੇ ਹਾਂ। ਸੈਂਟਰ ਸਟੇਟ ਦੇ ਜਿਹੜੇ ਅਧਿਕਾਰਾਂ ਦੀ ਗੱਲ ਹੈਗੀ ਆ, ਕਾਨੂੰਨ ਵੀ ਖੇਤੀ ਜਿਹੜੇ ਕਾਨੂੰਨ ਬਣਾਏ ਸੀ ਉਹ ਸਟੇਟਾਂ ਦੇ ਅਧਿਕਾਰਾਂ ਨੂੰ ਲੰਘ ਕੇ ਬਣਾ ਦਿੱਤੇ ਸੀਗੇ। ਇੱਕ ਪਾਸੇ ਜਿਹੜੇ ਪੰਜਾਬ ਸੀਗਾ ਨੇ ਲੀਡ ਲਈ ਸੀ ਕਿ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ। ਸਾਰਾ ਦੇਸ਼ ਕਹਿਣ ਡਿਆ ਵੀ ਰਾਜਾਂ ਨੂੰ ਜਿਹੜੇ ਅਧਿਕਾਰ ਜਿਹੜੇ ਇਹ ਹੈਗੇ ਕਿ ਜਿਹੜੇ ਅਧਿਕਾਰ ਸਾਨੂੰ ਮਿਲੇ ਆ ਇਹ ਉਹਨਾਂ ਨੂੰ ਖੋਣ ਵਾਲੇ ਪਾਸੇ ਵੱਲ ਪਏ ਆ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਗੱਲ ਇਹ ਸਿਰਫ ਜਿਹੜੀ ਹੈਗੀ ਆ ਇਹ ਸਹਿ ਦੀ ਨਹੀਂ, ਗੱਲ ਇਹ ਪੈ ਦੀ ਆ ਕਿ ਇਸ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਸਰਕਾਰ, ਸਾਰੀਆਂ ਸਰਕਾਰਾਂ ਕਰਦੀਆਂ ਹੁੰਦੀਆਂ, ਇਹ ਨਹੀਂ ਕਰਦਾ, ਇੰਦਰਾ ਗਾਂਧੀ ਵੀ ਕੋਸ਼ਿਸ਼ ਕਰਦੀ ਸੀ, ਪਰ ਉਹ ਕਿਤੇ ਨਾ ਕਿਤੇ ਲਿਮਟ ਹੁੰਦੀ ਸੀ, ਕਿਤੇ ਨਾ ਕਿਤੇ ਰਜਿਸਟੈਂਸ ਹੁੰਦੀ ਸੀ। ਇਹੀ ਅਕਾਲੀ ਦਲ ਜਿਹੜੇ ਹੁਣ ਬੜਾ ਕਾਹਲੇ ਹੈਗੇ ਆ ਤਾਕਤ ਦੇ ਵਿੱਚ ਆਉਣ ਦੇ ਵਿੱਚ, ਅੱਜ ਤੋਂ 35-40 ਸਾਲ ਪਹਿਲੋਂ, 85 ਤੋਂ ਪਹਿਲੋਂ ਜਦੋਂ ਸਰਕਾਰ ਇਹਨਾਂ ਕੋਲ ਨਹੀਂ ਤਾਕਤ ਇਹਨਾਂ ਕੋਲ ਨਹੀਂ ਸੀ ਆਈ, ਉਹ ਤੋਂ ਪਹਿਲਾਂ ਸਾਡੀ ਬੜੀ ਗੋਲਡਨ ਹਿਸਟਰੀ ਆ ਇਹ ਸਰਕਾਰ ਦੇ ਖਿਲਾਫ, ਕੇਂਦਰ ਸਰਕਾਰ ਦੇ ਖਿਲਾਫ ਆਡਾ ਲਾਉਣ ਦੇ ਵੇਲੇ। ਇਹ ਠੀਕ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਸੀ ਸਟੇਟ ਆਟੋਨਮੀ ਦੀ ਡਿਮਾਂਡ ਜਿਹੜੀ ਵੈਸਟ ਬੰਗਾਲ ਤੋਂ ਉੱਠੀ, ਪਰ ਇਹ ਤੋਂ ਬਾਅਦ ਪੰਜਾਬ ਦਾ ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਸੀਗਾ, ਔਰ ਉਸ ਰੈਜ਼ੋਲੂਸ਼ਨ ਦੇ ਵਿੱਚ ਜਿਹੜਾ ਆਰਐਸ ਸਰਕਾਰੀਆਂ ਨੂੰ ਜਿਹੜਾ ਮੈਮੋਰੈਂਡਮ ਦਿੱਤਾ ਗਿਆ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਵਿੱਚ, ਕਰਮ ਸਿੰਘ ਗਿੱਲ ਜਿਹੜੇ ਸੀ ਸਾਡੇ ਵਾਈਸ ਚਾਂਸਲਰ ਹੁੰਦੇ ਸੀਗੇ, ਉਹਦੇ ਵਿੱਚ ਜਿਹੜੇ ਸੀਗੇ ਆਪਣੇ ਡਿਪਟੀ ਚੇਅਰਮੈਨ ਹੁੰਦੇ ਸੀਗੇ। ਮੈਨੂੰ ਅਜੇ ਯਾਦ ਆ ਕਿ ਮੈਂ ਤਾਂ ਰਿਸਰਚ ਸਕਾਲਰ ਸੀਗਾ, ਜਿਹੜਾ ਪੋਲੀਟੀਕਲ ਪਾਰਟ ਸੀਗਾ ਜਾਂ ਇਕਨੋਮਿਕ ਪਾਰਟ ਸੀਗਾ, ਉਹ ਸਾਡੇ 2 ਟੀਚਰ ਸੀਗੇ, ਉਹਨਾਂ ਨੇ ਉਹ 'ਚ ਬਹੁਤ ਵੱਡਾ ਕੰਟਰੀਬਿਊਟ ਕੀਤਾ ਸੀਗਾ ਵੀ ਕਿੰਨੀ ਵਾਰੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਤੁਹਾਡਾ ਜਿਹੜਾ ਪ੍ਰੈਜ਼ੀਡੈਂਸ਼ੀਅਲ ਰੂਲ ਲੱਗਾ, ਕਿਸ ਕਿਸਮ ਦੀ ਇਕਨੋਮਿਕ ਡਿਸਪੈਰਿਟੀ ਹੋ ਰਹੀ ਆ, ਤੇ ਉਹਦੇ ਵਿੱਚ ਸਰਕਾਰੀਆ ਕਮਿਸ਼ਨ ਨੇ ਇੱਕ ਰਿਕਮੈਂਡ ਕੀਤਾ ਸੀਗਾ ਕਿ ਸਟੇਟਾਂ ਨੂੰ ਵੱਧ ਅਧਿਕਾਰ ਦਿੱਤੇ ਜਾਣੇ ਚਾਹੀਦੇ ਆ, ਪਰ ਇਹ ਜਿਹੜੇ ਸਾਡੇ ਕੋਲ ਅਧਿਕਾਰ ਪਹਿਲੋਂ ਹੀ ਹੈਗੇ ਆ ਉਹਨੂੰ ਖੋਣ ਵਾਲੇ ਪਾਸੇ ਵੱਲ ਤੁਰੇ ਆ। ਤਾਂ ਮੇਰਾ ਖਿਆਲ ਆ ਵੀ ਇਹਦੇ ਵਿੱਚ ਠੀਕ ਆ, ਕਿਸਾਨ ਜਥੇਬੰਦੀਆਂ ਨੇ ਇਹਦੇ ਲਈ ਨੋਟਸ ਲਿਆ ਵਾ, ਇੰਟੈਲੈਕਚੁਅਲੀ ਨੋਟਸ ਲਿਆ ਵਾ। ਪਬਲਿਕ ਜਿਹੜੀ ਤੁਸੀਂ ਪਬਲਿਕ ਦੀ ਗੱਲ ਕਰਦੇ ਹੋ, ਪਬਲਿਕ ਰੋਟੀ ਪਾਣੀ 'ਚ ਲੱਗੀ ਆ। ਪਬਲਿਕ ਨੂੰ ਲੱਗਦਾ ਕਿ ਬਿਜਲੀ ਆਉਂਦੀ ਆ, ਪਬਲਿਕ ਨੂੰ ਲੱਗਦਾ ਪਾਣੀ ਆਉਂਦਾ ਵਾ, ਬਿਜਲੀ ਕਿੱਥੋਂ ਆਉਂਦੀ ਇਹਦੇ ਬਾਰੇ ਬਹੁਤਾ ਪਤਾ ਨਹੀਂ ਹੈ। ਟੂਟੀ 'ਚੋਂ ਪਾਣੀ ਆਉਂਦਾ ਵਾ, ਉਹ ਭਾਖੜਾ ਡੈਮ ਤੋਂ ਆਉਂਦਾ ਵਾ ਜਾਂ ਜ਼ਮੀਨ ਤੋਂ ਆਉਂਦਾ ਵਾ ਜਾਂ ਕਿਤੇ ਹੋਰ ਪਾਸੇ, ਉਹ ਲੋਕਾਂ ਨੂੰ ਪਤਾ ਨਹੀਂ। ਉਹ ਗੱਲ ਦਾ ਪਤਾ ਉਦੋਂ ਲੱਗੂਗਾ ਜਦੋਂ ਉਹਨਾਂ ਦੀ ਸੰਗੀ ਨੂੰ ਹੱਥ ਪੈਂਦਾ। ਤੇ ਮੈਨੂੰ ਲੱਗਦਾ ਵੀ ਮੈਂ ਪਰਸਨਲ ਤੌਰ ਤੇ ਕਹਿਣਾ ਚਾਹੁੰਦਾ ਵਾਂ ਕਿ ਇਹ ਬੇਸਿਕਲੀ ਉਹੀ ਤਰੀਕਾ ਵਾ ਜਿੱਦਾਂ ਕਾਨੂੰਨ ਬਣਾਏ ਸੀਗੇ, ਇਹ ਉਹੀ ਤਰੀਕਾ ਵਾ ਕਿ ਸਾਰੀ ਪਾਵਰ ਨੂੰ ਸੈਂਟਰਲਾਈਜ਼ ਕਰੋ, ਸਾਰੀਆਂ ਤਾਕਤਾਂ ਆਪਣੇ ਹੱਥ 'ਚ ਲਓ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਰੈਜ਼ਿਸਟੈਂਸ ਹੀ ਇਸ ਪਾਸੇ ਵੱਲੋਂ ਆ। ਤੇ ਲੋਕਾਂ ਦਾ ਧਿਆਨ ਜਿਹੜਾ ਖਾਸ ਕਰਕੇ ਜਿਹੜੇ ਮੁੱਦੇ ਹੈਗੇ ਆ, ਜਿਸ ਮੁੱਦਿਆਂ ਦੇ ਉੱਤੇ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਰਹੀ ਆ, ਚਾਹੇ ਯੂਕਰੇਨ ਦੇ ਇਸ਼ੂ ਦੇ ਉੱਤੇ ਦਾ ਜਿਹੜਾ ਸਟੈਂਡ ਸੀਗਾ, ਜਾਂ ਜਿਸ ਤਰੀਕੇ ਨਾਲ ਸਾਡੇ ਬੱਚਿਆਂ ਦੀ ਉੱਥੇ ਟ੍ਰੀਟਮੈਂਟ ਹੋ ਰਹੀ ਆ, ਟ੍ਰੀਟਮੈਂਟ ਮਿਲ ਰਹੀ ਆ, ਜਾਂ ਜਿਸ ਤਰੀਕੇ ਨਾਲ ਦੇਸ਼ ਤੇ ਕ੍ਰਾਈਸਿਸ ਹੋਇਆ ਤੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਆ ਪਿੰਡਾਂ 'ਚ ਜਾ ਕੇ ਰੈਲੀਆਂ ਕਰਨ ਡਏ ਆ, ਉਹ ਬਸਤੀ 'ਚ ਫਿਰ ਰਹੇ, ਤੁਹਾਨੂੰ ਮਿਰਜ਼ਾਪੁਰ 'ਚ ਫਿਰ ਰਹੇ ਆ, ਤੁਹਾਨੂੰ ਉਹ ਜਿਹੜਾ ਉਸ ਪਾਸੇ, ਜਾਂ ਉਹ ਸਭ ਤੋਂ ਹੈਰਾਨੀ ਵਾਲੀ ਗੱਲ ਹੈਗੀ ਆ ਕਿ ਉਹਨਾਂ ਨੂੰ ਬੂਥ ਦੇ ਉੱਤੇ ਜਿਹੜੇ ਆਪਣੇ ਕਾਰਿਆਕਰਤਾ ਬਣਾਉਣੇ ਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਜਾ ਕੇ ਬਨਾਰਸ ਦੇ ਵਿੱਚ ਜਾ ਕੇ। ਜਿਹੜਾ ਨੈਸ਼ਨਲ ਏਜੰਡਾ ਹੈਗਾ ਉਹਦੀ ਕੋਈ ਗੱਲ ਹੀ ਉਹਨਾਂ ਦੇ ਕੋਲ ਨਹੀਂ ਹੈ। ਤੇ ਮੈਨੂੰ ਲੱਗਦਾ ਵੀ ਹਰ ਵਾਰੀ ਜਦੋਂ ਇਦਾਂ ਦੀ ਕੋਈ ਨਾ ਕੋਈ ਛੇੜਦੇ ਆ
ਉਹਨਾਂ ਨੂੰ ਲੱਗਦਾ ਕਿ ਲੋਕ ਫਿਰ ਇਕੱਠੇ ਹੋ ਕੇ ਉਹਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਕਿਸਾਨ ਜਿਹੜੇ ਹੁਣ ਫਿਰ ਲਾਮਬੰਦ ਹੋ ਰਹੇ ਆ, MSP ਦੇ ਲਾਮਬੰਦ ਹੋ ਰਹੇ ਆ, ਜਾਂ ਜਿਹੜੇ ਹੋਰ ਕਿਸਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਮੁੱਦਿਆਂ ਤੇ ਲਾਮਬੰਦ ਹੋ ਰਹੇ ਆ, ਜਾਂ ਸਰਕਾਰ ਦੀ ਜਿਹੜੀ ਫੇਲਿਅਰ ਉਹ ਤੇ ਲਾਮਬੰਦ ਹੋ ਰਿਹਾ, ਜਾਂ ਆਉਣ ਵਾਲੀਆਂ 2024 ਦੇ ਵਿੱਚ ਇਲੈਕਸ਼ਨਸ ਆ ਉਹਨਾਂ ਦੇ ਚੈਲੰਜ ਬਣ ਰਹੇ ਆ। ਇਸ ਕਰਕੇ ਉਹਨਾਂ ਨੇ ਕਿਹਾ ਇਹਨੂੰ ਇਸ ਪਾਸੇ ਵੱਲ ਲਾ ਦਿੱਤਾ ਜਾਵੇ। ਤੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਜੇ ਇਹ ਸ਼ੁਰੂ ਕੀਤਾ ਉਹਨਾਂ ਨੇ ਤੇ ਇਹਨੂੰ ਜਾਂ ਸ਼ੁਰੂ ਦੇ ਵਿੱਚ ਜਿਹਦੀ ਰਜਿਸਟ ਕੀਤਾ ਜਾਵੇ ਤਾਂ ਇਹਨੂੰ ਜਿਹੜਾ ਉਹਨੂੰ ਰੋਕਿਆ ਜਾਵੇ। ਔਰ ਮੈਨੂੰ ਆਪਾਂ ਇਹ ਇੰਨੇ ਕੁ ਆਪਾਂ ਹੈਗੇ ਆ ਪੰਜਾਬ ਵਾਲੇ ਜਾਂ ਹਰਿਆਣੇ ਵਾਲੇ ਜਿਹੜੇ ਲੋਕ ਜਿਹੜੇ ਹੈਗੇ ਆ, ਜੇ ਉਹ ਇਕੱਠੇ ਹੋ ਜਾਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਜਿਹੜੀ ਹੈਗੀ ਆ ਆਪਣੇ ਫੈਸਲੇ ਨੂੰ ਜਿਹੜਾ ਉਹ ਵਾਪਸ ਨਾ ਲਊਗੀ। ਦੇਖੋ ਸਾਹਿਬ, ਪਰ ਇਹਦੇ ਵਿੱਚ ਇਹ ਆ ਕਿ ਹਰਿਆਣੇ ਨੂੰ ਵੀ ਉਨਾ ਹੀ ਨੁਕਸਾਨ ਜਿੰਨਾ ਪੰਜਾਬ ਨੂੰ, ਤਾਂ ਹਰਿਆਣੇ ਦੇ ਵਿੱਚੋਂ ਲੋਕ ਕਿਉਂ ਨਹੀਂ ਉਸ ਤਰੀਕੇ ਨਾਲ ਉੱਠ ਕੇ ਆਏ, ਕਿਉਂ ਉਸ ਤਰੀਕੇ ਦਾ ਸਮਰਥਨ ਨਹੀਂ? ਠੀਕ ਹੈ, ਇੱਕ ਅੱਧਾ ਆਗੂ ਕੋਈ ਆ ਗਿਆ ਹੋਣਾ, ਪਰ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਉੱਥੇ ਕੱਲ ਰੋਸ ਰੈਲੀ ਬੜੀ ਵੱਡੀ ਕੀਤੀ, ਉੱਥੇ ਇਕੱਠ ਹੋਇਆ, ਉੱਥੇ ਗੱਲਾਂ ਬਾਤਾਂ ਹੋਈਆਂ, ਇਸ ਤਰ੍ਹਾਂ ਪੰਜਾਬ ਵਾਲੇ ਕਿਉਂ ਨਹੀਂ, ਹਰਿਆਣੇ ਵਾਲੇ ਕਿਉਂ ਨਹੀਂ ਇਕੱਠੇ ਹੁੰਦੇ ਉਹੋ ਜਿਹੇ? ਇਹ ਪਹਿਲੋਂ ਸਾਰਾ ਪੰਜਾਬ ਦਾ ਹਿੱਸਾ ਸੀ ਭਾਈ। ਅਸੀਂ ਆਪਣੇ ਜਿਹੜਾ ਵੱਧ ਅਧਿਕਾਰਾਂ ਦੀ ਮੰਗ ਪੱਤਰ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਜਾਂ ਬਾਰ-ਬਾਰ ਸਾਡੀਆਂ ਜਿਹੜੀ ਖਾਸ ਕਰਕੇ ਅਕਾਲੀ ਦਲ ਦੇ ਮੈਨੀਫੈਸਟੋ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜੀ ਮੈਨੇਜਮੈਂਟ ਪੰਜਾਬ ਨੂੰ ਦਿੱਤੀ ਜਾਵੇ, ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਵੇ, ਪੰਜਾਬੀ ਬੋਲੀ ਇਲਾਕੇ ਪੰਜਾਬ ਨੂੰ ਦਿੱਤੇ ਜਾਣ। ਤੋ ਇਸ ਕਰਕੇ ਲੀਡ ਪੰਜਾਬ ਨੂੰ ਲੈਣੀ ਪਊਗੀ, ਹਰਿਆਣੇ ਵਾਲੇ ਨਾਲ ਆ ਜਾਣਗੇ। ਅਸੀਂ ਦੇਖਿਆ ਕਿ ਕਿਸਾਨ ਸੰਘਰਸ਼ ਦੇ ਵਿੱਚ ਵੀ ਇਦਾਂ ਹੀ ਹੋਇਆ ਸੀਗਾ। ਤੋ ਇਸ ਕਰਕੇ ਠੀਕ ਆ, ਉੱਥੇ ਸਰਕਾਰ ਇਸ ਵੇਲੇ ਉਸ ਕਿਸਮ ਦੀ ਹੈਗੀ ਆ। ਹਰਿਆਣੇ ਦੇ ਕਿਸਾਨਾਂ ਦੀ ਜਾਂ ਆਮ ਲੋਕਾਂ ਦੀਆਂ ਸਮੱਸਿਆ ਜਾਂ ਉੱਥੋਂ ਦੇ ਮੁਲਾਜ਼ਮਾਂ ਦੀਆਂ ਸਮੱਸਿਆ ਪੰਜਾਬ ਨਾਲੋਂ ਥੋੜ੍ਹੀਆਂ ਡਿਫਰੈਂਟ ਕਿਸਮ ਦੀਆਂ ਹੈਗੀਆਂ। ਪੰਜਾਬ ਦੇ ਵਿੱਚ ਕ੍ਰਾਈਸਿਸ, ਐਗਰੀਰੀਅਨ ਕ੍ਰਾਈਸਿਸ ਵੀ ਉੱਥੇ ਨਾਲੋਂ ਜ਼ਿਆਦਾ ਹੈਗਾ ਵਾ। ਪੰਜਾਬ ਦੇ ਵਿੱਚ ਜਿਹੜਾ ਇੰਪਲਾਇਮੈਂਟ ਦਾ ਕ੍ਰਾਈਸਿਸ ਵੀ ਉੱਥੇ ਜ਼ਿਆਦਾ ਹੈਗਾ। ਹਰਿਆਣੇ ਦੇ ਰਿਸੋਰਸਿਸ ਸਾਡੇ ਤੋਂ ਜ਼ਿਆਦਾ ਹੈ। ਹਰਿਆਣੇ ਦਾ ਜਿਹੜਾ ਖਾਸ ਕਰਕੇ ਮੰਥਲੀ ਜਿਹੜਾ ਰੈਵਨਿਊ ਕਲੈਕਸ਼ਨ ਹੈਗੀ ਤੁਹਾਡੇ ਤੋਂ ਆ ਜਿਹੜਾ ਲਾਇਆ ਇਹਨਾਂ ਦਾ GST ਦੇ ਵਿੱਚ, ਪੰਜਾਬ ਤੋਂ 3.5 ਗੁਣਾ ਜ਼ਿਆਦਾ ਆ। ਹੁਣ ਤਾਂ ਡਾਟਾ ਨਹੀਂ ਆਇਆ, ਪਿਛਲੇ ਮਹੀਨੇ ਸ਼ਾਇਦ ਪੰਜਾਬ ਦੀ 1600 ਕਰੋੜ ਰੁਪਈਆ ਸੀ, ਉਹਨਾਂ ਦੀ 5800 ਕਰੋੜ ਰੁਪਈਆ ਸੀ। ਇਹ ਨਹੀਂ ਉਹਨਾਂ ਕੋਲ ਇਨਕਮ ਹੈਗੀ ਆ, ਕਿਉਂਕਿ ਚੰਡੀਗੜ੍ਹ ਦਿੱਲੀ ਨੂੰ ਦੇ ਨਾਲ ਹੈਗਾ, ਇੰਪਲਾਇਮੈਂਟ ਹੈਗੀ ਆ, ਉੱਥੇ ਇੰਡਸਟਰੀਅਲ ਹਾਊਸਸ ਹੈਗੇ ਆ, ਪ੍ਰੋਡਕਸ਼ਨ ਹੈਗੀ, ਸਾਰਾ ਕੁਝ ਹੈਗੀ ਆ। ਪੰਜਾਬ ਜਿਹੜਾ ਹੈਗਾ, ਪੰਜਾਬ ਦਿਨੋਂ ਦਿਨ ਪਛਾਣ ਨੂੰ ਇਸੇ ਕਰਕੇ ਧੱਕਿਆ ਜਾ ਰਿਹਾ ਵਾ। ਹਰਿਆਣੇ ਦੇ ਵਿੱਚ ਇਹ ਮੁੱਦੇ, ਤੁਸੀਂ ਪ੍ਰੋਕਿਉਰਮੈਂਟ ਦਾ ਮੁੱਦਾ ਲੈ ਲਓ, ਇੰਪਲਾਈ ਦੀ ਆਪਾਂ ਗੱਲ ਕਰਕੇ ਵੇਖ ਲਈਏ, ਉਹ ਮਾਮਲੇ ਦੇ ਵਿੱਚ ਰਿਕਰੂਟਮੈਂਟ ਵੀ ਉਸ ਤਰੀਕੇ ਨਾਲ ਜ਼ਿਆਦਾ ਹੀ ਆ ਜੇ ਆਪਾਂ ਦੇਖਿਆ ਜਾਵੇ, ਜਾਂ ਜਿਹੜੀਆਂ ਹੋਰ ਸੋਸ਼ਲ ਸਿਕਿਉਰਿਟੀ ਦੀਆਂ ਸਕੀਮਾਂ ਉਹ ਜ਼ਿਆਦੀਆਂ ਹੈਗੀਆਂ ਉਹਦੇ ਵਿੱਚੋਂ। ਉੱਥੇ ਗਵਰਨਮੈਂਟ ਕਾਲਜ ਸਾਡੇ ਤੋਂ ਕਈ ਗੁਣਾ ਜ਼ਿਆਦਾ ਹੈਗੇ, ਯੂਨੀਵਰਸਿਟੀਆਂ ਉਹਨਾਂ ਨੇ ਬਹੁਤ ਜ਼ਿਆਦੀਆਂ ਸਾਡੇ ਤੋਂ ਵੱਧ ਗਈਆਂ, ਸਰਕਾਰੀ ਯੂਨੀਵਰਸਿਟੀਆਂ। ਕੋਈ ਇੱਥੇ ਕਦੀ ਤੁਹਾਨੂੰ ਉੱਥੋਂ ਦੇ ਟੀਚਰ ਜਾਂ ਡਾਕਟਰ ਜਾਂ ਨਰਸ ਜਾਂ ਆਂਗਣਵਾੜੀ ਵਾਲੇ ਆਪਣੀ ਤਨਖਾਹ ਵਾਸਤੇ ਜਾਂ ਗ੍ਰੇਡਾਂ ਵਾਸਤੇ ਸੜਕ ਦੇ ਉੱਤੇ ਤੁਹਾਨੂੰ ਧੱਕੇ ਖਾਂਦੇ ਬਹੁਤ ਘੱਟ ਦਿਖਾਈ ਦੇਣਗੇ। ਪੰਜਾਬ ਦੇ ਵਿੱਚ ਤੁਸੀਂ ਦੇਖਿਆ ਪਿਛਲੇ ਸਮੇਂ ਤੋਂ ਉਹ ਹੈ ਹੀ ਸੜਕ ਦੇ ਉੱਤੇ, ਡਾਕਟਰ ਵੀ ਸਾਡੇ ਸੜਕਾਂ ਦੇ ਉੱਤੇ ਆ, ਯੂਨੀਵਰਸਿਟੀਆਂ ਦੇ ਟੀਚਰ ਸੜਕਾਂ ਦੇ ਉੱਤੇ ਆ, ਸਾਰਾ ਕੁਝ ਸੜਕਾਂ ਦੇ ਉੱਤੇ ਆ। ਇੱਥੇ ਭਰਤੀ 15,000 ਤੇ ਹੁੰਦੀ ਰਹੀ ਹੈ ਯੂਨੀਵਰਸਿਟੀ ਟੀਚਰ ਦੀ, ਉੱਥੇ 60-70,000 ਰੁਪਇਆ ਬਿਗਰੀ ਦੇ ਵਿੱਚ ਦਿੰਦੇ ਰਹੇ। ਤੋ ਇਸ ਕਰਕੇ ਪੰਜਾਬ ਨੂੰ ਲੀਡ ਲੈਣੀ ਬਹੁਤ ਜ਼ਰੂਰੀ ਆ। ਪੰਜਾਬ ਦੇ ਹਿੱਤਾਂ ਨੂੰ ਜ਼ਿਆਦਾ ਸੱਟ ਵੱਜਦੀ ਆ, ਕਿਉਂਕਿ SYL ਦਾ ਮੁੱਦਾ ਜੇ ਖੜਾ ਹੈਗਾ ਵਾ, ਉਹ ਜੇ ਮੁੱਦਾ ਜਿਹੜਾ ਨਾ ਫਿਰ ਉਹਨੂੰ ਹੋਰ ਸ਼ੇਪ ਦਿੱਤੀ ਜਾਊਗੀ। ਜੇ ਪਾਣੀ ਵੀ ਉਹਨਾਂ ਕੋਲ ਡਿਸਾਈਡ ਕਰਨ ਦਾ ਹੱਕ ਚਲੇ ਗਿਆ, ਬਿਜਲੀ ਵੀ ਉਹਨਾਂ ਕੋਲ ਚਲੇ ਗਈ, ਜਿਹੜੇ ਸੈਂਟਰ ਗਵਰਨਮੈਂਟ ਨੇ ਕਰਨੇ ਆ, ਤੇ ਫਿਰ ਸਾਨੂੰ ਜਿਹੜਾ ਹੈਗਾ, ਸਾਨੂੰ ਉਹਦੇ ਲਈ ਜ਼ਿਆਦਾ ਜਿਹੜਾ ਹੈਗਾ ਹੋਰ ਮੁਸ਼ਕਿਲ 'ਚ ਪੈਣਾ ਪਊਗਾ। ਤੇ ਮੈਨੂੰ ਲੱਗਦਾ ਵੀ ਪੰਜਾਬ ਲੀਡ ਲਊਗਾ, ਹਰਿਆਣਾ ਨਾਲ ਆ ਜਾਊਗਾ, ਕਿਉਂਕਿ ਅਸੀਂ ਰੀਜ਼ਨ ਦੇ ਉੱਤੇ ਕਿ ਤੁਹਾਡੀ ਵੀ ਸਟੇਟ ਦੇ ਆਟੋਨਮੀ ਦਾ ਸਵਾਲ ਹੈ, ਤੁਹਾਡੇ ਵੀ ਸਟੇਟ ਦੇ ਹੱਕਾਂ ਦਾ ਸਵਾਲ ਹੈ। ਜਿੱਦਾਂ ਪਹਿਲਾਂ ਸ਼ੁਰੂ 'ਚ ਲੱਗਦਾ ਸੀ ਵੀ ਕਿਸਾਨੀ ਸ਼ਾਇਦ ਪੰਜਾਬ ਦੀ ਹੈਗੀ ਆ, ਇਹੀ ਲੜਨ ਵਾਲੇ ਆ, ਤੇ ਹੌਲੀ ਹੌਲੀ ਦੇਖਿਆ ਕਿ ਉਹ ਜਿਹੜਾ ਹੈਗਾ ਸੀਗਾ, ਤੁਸੀਂ ਸਾਰਾ ਜਿਹੜਾ ਨਾਰਥ ਵੈਸਟ ਸੀਗਾ, ਫਿਰ ਹੌਲੀ ਹੌਲੀ ਆਲ ਇੰਡੀਆ ਲੈਵਲ ਦੇ ਉੱਤੇ ਉਹ ਲੀਡ ਆ ਚੁੱਕੀ ਆ। ਇਹ ਸਿਰਫ ਮੇਰਾ ਖਿਆਲ ਆ ਵੀ ਇਹ ਸਿਰਫ ਇੱਥੇ ਇਹਨਾਂ ਦਾ ਫੈਸਲਾ ਨਹੀਂ ਆ, ਇਹ ਕੇਂਦਰ ਸਰਕਾਰ ਦੀ ਮਨਸ਼ਾ ਵੀ ਹੈਗੀ ਆ ਕਿ ਜਿਹੜਾ, ਕਿਉਂਕਿ ਅਗਲੇ 4-5 ਸਾਲਾਂ ਨੂੰ RSS ਦਾ 100 ਸਾਲ ਪੂਰਾ ਹੋਣ ਵਾਲਾ ਵਾ, ਤੇ ਉਹ ਜਿਹੜਾ ਉਹਨਾਂ ਦਾ ਏਜੰਡਾ ਸੀ ਵੀ ਕਿਸ ਕਿਸਮ ਦਾ ਉਹਨਾਂ ਨੂੰ ਦੇਸ਼ ਚਾਹੀਦਾ ਵਾ, ਕਿਸ ਕਿਸਮ ਦਾ ਸੰਵਿਧਾਨ ਚਾਹੀਦਾ ਵਾ, ਕਿਸ ਕਿਸਮ ਦਾ ਕਾਨੂੰਨ ਚਾਹੀਦਾ ਵਾ। ਤੇ ਮੈਨੂੰ ਲੱਗਦਾ ਵੀ ਹੌਲੀ ਹੌਲੀ ਉਹ ਉਸ ਪਾਸੇ ਵੱਲ ਨੂੰ ਵੱਧ ਰਹੇ ਆ, ਤੇ ਸਾਨੂੰ ਲੋਕਾਂ ਨੂੰ ਉਹਦੇ ਰਾਹ ਦੇ ਵਿੱਚ ਮਤਲਬ ਜਿਹੜਾ ਉਹਨਾਂ ਦਾ ਮਨਸ਼ਾ ਏਜੰਡਾ ਹੈਗਾ ਵੀ ਸਾਰੀਆਂ ਪਾਵਰ ਨੂੰ ਸੈਂਟਰਲਾਈਜ਼ ਕੀਤਾ ਜਾਵੇ, ਇੱਕ ਨੇਸ਼ਨ ਦੀ ਗੱਲ ਕਰਦੇ ਆ, ਫਿਰ ਉਹ ਸਾਰਿਆਂ ਨੂੰ ਕਹਿੰਦੇ ਇੱਕ ਧਰਮ ਦੀ ਗੱਲ ਕਰਦੇ ਆ, ਇੱਕ ਕਲਚਰ ਦੀ ਗੱਲ ਕਰਦੇ ਆ। ਤੇ ਇਹ ਉਹ ਏਜੰਡੇ ਦਾ ਹੀ ਮੈਨੂੰ ਲੱਗਦਾ ਵੀ ਇਹ ਹਿੱਸਾ ਹੈ ਵੀ ਜੇ ਤਾਕਤਾਂ ਤੁਹਾਡੇ ਕੋਲ ਹੋਣਗੀਆਂ ਤੇ ਫਿਰ ਲੋਕੀ ਕੀ ਕਰਨਗੇ,
तो इस करके पंजाब शुरू होगा, हरियाणा मगर लग जाऊगा, मैनूं पूरी आस है। आखिरी सवाल ਇਹ ਆ ਕਿ ਯੂਕਰੇਨ ਦੇ ਵਿੱਚ ਗੱਲਬਾਤ ਉਹਨਾਂ ਦੀ ਪਹਿਲੇ ਦੌਰ ਦੀ ਹੋ ਚੁੱਕੀ ਹੈ, ਹਾਲਾਂਕਿ ਉਹ ਕਿਸੇ ਤਣ ਪੱਤਣ ਤਾਂ ਲੱਗੀ ਨਹੀਂ। ਰੂਸ ਆਪਣੇ ਵੱਲੋਂ ਹਮਲੇ ਕਹਿੰਦੇ ਹੋਰ ਤੇਜ਼ ਕਰ ਦਿੱਤੇ। ਇਧਰੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਰਾਸ਼ਟਰਪਤੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ। ਬਹੁਤ ਕੁਝ ਇਹੋ ਜਿਹਾ ਜਿਹੜੀਆਂ ਉੱਥੋਂ ਵੀਡੀਓਜ਼ ਗਵਾਹੀ ਭਰਦੀਆਂ ਨੇ ਕਿ ਕਿਸ ਤਰ੍ਹਾਂ ਹਾਹਾਕਾਰ ਮਚੀ ਹੋਈ ਹੈ, ਸਾਡੇ ਆਪਣੇ ਸਟੂਡੈਂਟਸ ਜਿਹੜੇ ਨੇ ਉੱਥੇ ਕਿੱਦਾਂ ਫਸੇ ਹੋਏ ਨੇ। ਉਹਦੇ ਬਾਰੇ ਥੋੜਾ ਦੱਸਿਓ ਕਿ ਇਹ ਮਸਲੇ ਦਾ ਹੱਲ ਕਿੱਥੇ ਨਿਕਲਦਾ ਦਿਖਦਾ ਆ। देखो, रूस की सब तो वड्डी समस्या है, मैं पहली गल तो कंडेम करदा उन्हां हमलियां नूं। रूस की समस्या ये हैगी आ कि रूस नूं वार्म वाटर पोर्ट कहंदे आ कि ਜਿਹੜੀਆਂ ਨਿੱਘੇ ਪਾਣੀ ਦੀਆਂ ਜਿਹੜੀਆਂ ਬੰਦਰਗਾਹਾਂ ਚਾਹੀਦੀਆਂ, ਨਿੱਘਾ ਪਾਣੀ ਜਿਹੜਾ ਹੈਗਾ ਉਹ 'ਚ ਐਂਟਰੀ ਚਾਹੀਦੀ ਆ ਇੱਕ ਵੱਡੀ ਤਾਕਤ ਬਣੇ ਰਹਿਣ ਵਾਸਤੇ। ਤੇ ਇਹ ਜਿਹੜਾ ਹੈਗਾ ਯੂਕਰੇਨ ਹੈਗਾ, ਇਹਦੇ ਨਾਲ ਅੱਗੇ ਲੱਗ ਕੇ ਉਹ ਜਿਹੜਾ ਹੈਗਾ ਮੈਡੀਟੇਰੀਅਨ ਸੀ ਆ ਜਾਂਦਾ, ਬਲੈਕ ਸੀ ਤੇ ਮੈਡੀਟੇਰੀਅਨ ਸੀ ਦੇ ਰਾਹੀਂ ਇਸ ਪਾਸੇ ਨੂੰ ਯੂਰਪ ਦੇ ਵਿੱਚ ਐਂਟਰ ਕਰਦਾ ਵਾ। ਯੂਕਰੇਨ ਪਿਛਲੇ ਸਮੇਂ ਤੋਂ ਜਿਹੜਾ ਹੈਗਾ ਵਾ ਉਹ ਨਾਟੋ ਵਾਲੇ ਪਾਸੇ ਉਹਦਾ ਝੁਕਾਅ ਉਸ ਪਾਸੇ ਹੋ ਗਿਆ, ਜਿੱਦਾਂ ਹੋਰ ਕਾਫੀ ਜਿਹੜੇ ਈਸਟ ਯੂਰਪੀਅਨ ਕੰਟਰੀਜ਼ ਹੋ ਗਿਆ। ਨਾਟੋ ਦੇ ਨਾਲ ਜਾਣ ਦੇ ਨਾਲ ਇਹ ਹੋ ਜਾਊਗਾ ਕਿ ਰੂਸ ਨੂੰ ਲੱਗਦਾ ਕਿ ਜੇ ਨਾਟੋ ਦੇ ਵਿੱਚ ਆ ਜਾਂਦਾ ਤੇ ਮੇਰੀ ਘੇਰਾਬੰਦੀ ਹੁੰਦੀ। ਅਮਰੀਕਾ ਦੀ ਜਾਂ ਪੱਛਮੀ ਦੇਸ਼ਾਂ ਦੀ ਸੈਕੰਡ ਵਰਲਡ ਵਾਰ ਤੋਂ ਇਹ ਪਾਲਿਸੀ ਰਹੀ ਆ ਵੀ ਯੂਰਪ ਨੂੰ ਜਿਹੜਾ ਹੈ ਇਹਨੂੰ ਰੂਸ ਨੂੰ ਸਾਰੇ ਪਾਸਿਓਂ ਘੇਰਿਆ ਜਾਵੇ। ਨਾਟੋ ਬਣਾਈ ਸੀ ਉਦੋਂ ਉਹਨਾਂ ਨੇ, ਫਿਰ ਬਗਦਾਦ ਪੈਕਟ ਬਣਿਆ ਸੀ, ਬਾਅਦ ਸੈਂਟੋ ਬਣ ਗਿਆ ਸੀਗਾ, ਫਿਰ ਸਾਡੇ ਸੀਟੋ ਬਣੀ ਸੀ ਇੱਕ SCTO, ਫਿਰ NGOs ਬਣਿਆ ਸੀ, ਇਹ NGOs ਸਾਰੇ ਪਾਸਿਓਂ, ਕਿਉਂਕਿ ਰੂਸ ਜਿਹੜਾ ਹੈਗਾ ਵਾ ਇਹ ਏਰੀਆ ਵਾਈਜ਼ ਜਿਹੜਾ ਹੈਗਾ ਵਾ ਉਹ ਸਾਰੇ ਦੇਸ਼ਾਂ ਨਾਲੋਂ ਬਹੁਤ ਵੱਡਾ ਹੈਗਾ। ਹੁਣ ਵੀ ਇਹਦੇ 15 ਇੰਡੀਪੈਂਡੈਂਟ ਦੇਸ਼ ਬਣਦੇ ਨਾ ਬਾਵਜੂਦ ਵੀ ਜਿਹੜਾ ਰਸ਼ੀਅਨ ਜਿਹੜੀ ਹੈਗੀ ਟੈਰੀਟਰੀ ਜਿਹੜੀ ਹੈਗੀ ਆ ਉਹ ਦੁਨੀਆ 'ਚ ਸਭ ਤੋਂ ਜ਼ਿਆਦਾ ਹੈਗੀ ਆ। ਯੂਕਰੇਨ ਦੀ ਟੈਰੀਟਰੀ ਸਮਝ ਲਓ ਵੀ 6 ਪੰਜਾਬ ਬਣਦੇ ਆ, 3 ਲੱਖ ਪਲੱਸ ਸਕੁਅਰ ਕਿਲੋਮੀਟਰ ਏਰੀਆ ਹੈਗਾ ਪੰਜਾਬ ਦਾ, ਤੇ 6 ਪੰਜਾਬਾਂ ਜਿੱਡਾ ਇਹ ਏਰੀਆ ਹੈਗਾ। ਤੋ ਇਹ ਜਿਹੜਾ ਖਾਸ ਕਰਕੇ ਰੂਸ ਦੀ ਇਹ ਜਿਹੜੀ ਉਹਨੂੰ ਕਹਿ ਦਈਏ ਵੀ ਉਹ ਕਹਿੰਦਾ ਕਿ ਜੇ ਇਹ ਨਾਟੋ ਚਲੇ ਜਾਂਦਾ ਤੇ ਮੇਰੀ ਘੇਰਾਬੰਦੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਂਦੀ ਆ। ਫਿਰ ਮੇਰੇ ਜਿਹੜਾ ਬਾਰਡਰ ਦੇ ਉੱਤੇ ਆਣ, ਕਿਉਂਕਿ ਇਹਨਾਂ ਦੀ ਜਿਹੜੀ ਇਹ ਲੜਾਈ ਤਾਂ ਬੜੇ ਲੰਮੇ ਸਮੇਂ ਤੋਂ ਚੱਲੀ ਆਉਂਦੀ ਆ, ਸਟਰਗਲ ਫਾਰ ਪਾਵਰ ਤਾਂ ਹੈਗੀ ਆ, ਔਰ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵਧਣੀ ਆ, ਕਿਉਂਕਿ ਜੇ ਚੀਨ ਮਰਜ ਹੁੰਦਾ ਵਾ ਤੇ ਚੀਨ ਰੂਸ ਦੇ ਨਾਲ ਜਾਂਦਾ ਵਾ ਤੇ ਨੈਚੁਰਲੀ ਬੈਲੈਂਸ ਆਫ ਪਾਵਰ ਹੈਗਾ ਨਾ ਉਹ ਵਿਗੜਦਾ ਹੈ, ਯੂਰਪ ਤੋਂ ਅਮਰੀਕਾ ਤੋਂ ਨਿਕਲ ਕੇ ਇਸ ਪਾਸੇ ਵੱਲ ਨੂੰ ਆਉਂਦਾ ਹੈ। ਤੁਹਾਡਾ ਸਵਾਲ ਇਹ ਆ ਕਿ ਸਾਡੇ ਜਿਹੜੇ ਬੱਚੇ ਵਿੱਚ ਫਸੇ ਆ, ਮੈਨੂੰ ਇਹ ਲੱਗਦਾ ਵੀ ਸਰਕਾਰ ਐਂਟੀਸਪੇਟ ਨਹੀਂ ਕਰ ਸਕੀ, ਇਹਦੀਆਂ ਏਜੰਸੀ ਸ਼ਾਇਦ ਐਂਟੀਸਪੇਟ ਨਹੀਂ ਕਰ ਸਕੀਆਂ ਕਿ ਇਹ ਸਿਚੁਏਸ਼ਨ ਇੱਥੋਂ ਤੱਕ ਵੱਧ ਜਾਊਗੀ। ਲੋਕਾਂ ਨੇ ਸ਼ਾਇਦ ਇਹ ਵੀ ਸੋਚਿਆ ਸੀ ਸਾਰਿਆਂ ਨੇ ਵੀ ਜੰਗ ਨਹੀਂ ਹੁੰਦੀ, ਯੁੱਧ ਨਹੀਂ ਹੁੰਦਾ, ਪਰ ਪਿਛਲੇ 2-3 ਮਹੀਨਿਆਂ ਤੋਂ ਜੇ ਤੁਸੀਂ ਬਹੁਤ ਮਿਨਿਊਟਲੀ ਦੇਖਦੇ ਹੋ, ਰੂਸ ਵਾਰਨਿੰਗ ਦੇ ਰਿਹਾ ਸੀਗਾ, ਬਾਰ-ਬਾਰ ਵਾਰਨ ਕਰ ਰਿਹਾ ਸੀਗਾ ਕਿ ਇਹ ਜਿਹੜਾ ਹੈਗਾ ਵਾ ਕਿ ਜੇ ਉਹ ਨਾ ਪਿਛਾਂ ਹਟਿਆ ਜਾਂ ਉਹਨੇ ਮਨਾ ਕੀਤਾ। ਪਰ ਇਹ ਜਿਹੜੀ ਉਂਗਲ ਲਾਉਣ ਵਾਲਾ ਜਿਹੜਾ ਹੈਗਾ ਵਾ ਅਮਰੀਕਾ ਵਾ ਤੇ ਨਾਟੋ ਦੇਸ਼ ਵਾ। ਹੁਣ ਦੇਖੋ ਇਸ ਵੇਲੇ ਕੋਈ ਉਹਦੇ ਨਾਲ ਜਿਹੜਾ ਖੜੇ ਹੋਣ ਨੂੰ ਤਿਆਰ ਨਹੀਂ ਹੈਗਾ। ਹੁਣ ਸ਼ਾਇਦ ਉਹਨੂੰ ਯੂਰਪੀਅਨ ਯੂਨੀਅਨ 'ਚ ਕਹਿੰਦੇ ਐਂਟਰ ਕਰਾ ਲਾਂਗੇ। ਯੂਰਪੀਅਨ ਯੂਨੀਅਨ 'ਚ ਐਂਟਰ ਕਰਨ ਦਾ ਮਤਲਬ ਇਹ ਹੈਗਾ ਕਿ ਯੂਕਰੇਨ ਦੇ ਕੋਲ ਪਹਾੜ ਹੈਗੇ ਯੂਰੇਨੀਅਮ ਦੇ, ਯੂਕਰੇਨ ਦੇ ਕੋਲ ਗੈਸ ਵਾ, ਯੂਕਰੇਨ ਦੇ ਕੋਲ ਆਇਲ ਹੈਗਾ, ਯੂਕਰੇਨ ਦੇ ਕੋਲ ਬਹੁਤ ਦੁਨੀਆ ਦੀ ਬੈਸਟ ਕੁਆਲਿਟੀ ਜਿਹੜੀ ਕਣਕ ਵਾ ਉੱਥੇ ਪੈਦਾ ਹੁੰਦੀ ਆ, ਤੇਲ ਉੱਥੇ ਪੈਦਾ ਹੁੰਦਾ ਉਹਦੇ ਵਿੱਚੋਂ, ਔਰ ਇਹ ਯੂਰਪ ਦੀ ਲਾਈਫ ਲਾਈਨ ਆ। ਸਾਰੇ ਯੂਰਪ ਨੂੰ ਜਿਹੜਾ ਖਾਸ ਕਰਕੇ ਜਿਹੜੀ ਗੈਸ ਵਾ, ਤੇਲ ਹੈਗੀ ਆ, ਇਹ ਖਾਣ ਪੀਣ ਦਾ ਸਮਾਨ ਜਿਹੜਾ ਵਾ ਇਹ ਯੂਕਰੇਨ ਉਹਨਾਂ ਨੂੰ ਸਪਲਾਈ ਕਰਦਾ ਉਹਦੇ ਵਿੱਚੋਂ ਕਰਕੇ। ਯੂਰਪੀਅਨ ਯੂਨੀਅਨ 'ਚ ਲਿਆਉਣ ਕਰਕੇ ਉਹਨੂੰ ਕभी ਸਾਡੀ ਇਕਨੋਮਿਕ ਕੋਆਪਰੇਸ਼ਨ ਬਣ ਜੂਗੀ, ਅਸੀਂ ਜਿਹੜੀ ਖਾਸ ਕਰਕੇ ਜਿਹੜੀ ਇੰਪੋਰਟ ਕਰਦੇ ਹਾਂ ਉਹ ਅਸੀਂ ਜਿਹੜਾ ਹੋ ਜਾਵਾਂਗੇ ਸਿਕਿਉਰ ਹੋ ਜਾਵਾਂਗੇ ਉਹਦੇ ਵਿੱਚੋਂ। ਨਾਟੋ ਦੇ ਮਸਲੇ ਦੇ ਵਿੱਚ ਜਿਹੜਾ ਹੈਗਾ ਸੀਗਾ, ਕਿਉਂਕਿ ਹੁਣ ਇਹ ਬਹੁਤ ਵੱਡਾ ਮੁੱਦਾ ਬਣ ਗਿਆ ਯੂਕਰੇਨ ਵਾਸਤੇ, ਜਾਂ ਦੂਸਰੇ ਕੰਟਰੀ ਜਿਹੜੇ ਹੈਗੇ ਬਹੁਤ ਸਮਾਲ ਕੰਟਰੀਜ਼ ਹੈਗੇ ਆ। ਅਮਰੀਕਾ ਬਹੁਤ ਦੂਰ ਬੈਠਾ ਵਾ, ਅਟਲਾਂਟਿਕ ਤੋਂ ਪਰਲੇ ਪਾਸੇ ਵੱਲ ਬੈਠਾ, ਪੈਸਿਫਿਕ ਤੋਂ ਪਰਲੇ ਪਾਸੇ ਵੱਲ ਬੈਠਾ, ਬਹੁਤ ਸੇਫ ਜਗ੍ਹਾ ਹੈ। ਯੂਰਪੀਅਨ ਕੰਟਰੀ ਜਿਹੜਾ ਇਹਦੇ ਵਿੱਚ ਕੋਈ ਵੀ ਇੰਨਾ ਪਾਵਰਫੁਲ ਨਹੀਂ ਹੈਗਾ ਕਿ ਜਿਹੜਾ ਸਿੱਧੇ ਤੌਰ ਦੇ ਉੱਤੇ ਰਸ਼ੀਆ ਦੇ ਨਾਲ ਪੰਗਾ ਲੈ ਸਕੇ, ਕਿਉਂਕਿ ਰਸ਼ੀਆ ਦੀ ਬੈਕ ਤੇ ਇਸ ਵੇਲੇ ਚਾਈਨਾ ਆ ਗਿਆ। ਰਸ਼ੀਆ ਦੀਆਂ ਜਿਹੜੀਆਂ ਇੰਪੋਰਟ ਨੀਡਸ ਹੈਗੀਆਂ ਉਹ ਚਾਈਨਾ ਪੂਰੀਆਂ ਕਰ ਦੂ ਉਸ ਤਰੀਕੇ ਦੇ ਨਾਲ ਕਰਕੇ। ਤੇ ਰੂਸ ਜਿਹੜਾ ਇਸ ਵੇਲੇ ਆਪਣਾ ਬਹੁਤ ਦਬਦਬਾ ਮੈਨੂੰ ਲੱਗਦਾ ਵੀ ਇਨਡਾਇਰੈਕਟਲੀ ਜਿਹੜਾ ਹੈਗਾ, ਕਿਉਂਕਿ ਜਿਹੜੀ ਇਕਨੋਮਿਕ ਵਾਰਫੇਅਰ ਵੀ ਹੈਗੀ ਆ, ਜਾਂ ਕਰੋਨਾ ਤੋਂ ਬਾਅਦ ਚਾਈਨਾ ਇਸ ਵੇਲੇ ਨੰਬਰ 2 ਪਾਵਰ ਹੀ ਨਹੀਂ ਇਮਰਜ ਹੋਇਆ। ਚਾਈਨਾ ਬਹੁਤ ਜਲਦੀ ਜਿਹੜਾ ਲੱਗਦਾ ਕਿ ਇੱਕ ਦੁਨੀਆ ਦੀ ਨੰਬਰ 1 ਇਕਨੋਮਿਕ ਪਾਵਰ ਬਣ ਜਾ ਰਿਹਾ ਹੈ। ਔਰ ਇਹ ਜਿਹੜੀ ਰੂਸ ਦੀ ਯੂਕਰੇਨ ਦੇ ਖਿਲਾਫ ਜਿਹੜੀ ਲੜਾਈ ਹੈ, ਇਨਡਾਇਰੈਕਟਲੀ ਇਹ ਯੂਰਪ ਦੇ ਖਿਲਾਫ ਜਾਂ ਨੈਟੋ ਦੇ ਖਿਲਾਫ ਜਿਹੜੀ ਲੜਾਈ ਹੈਗੀ ਆ, ਇਹ ਚਾਈਨਾ ਨੂੰ ਬਹੁਤ ਸੂਟ ਕਰ ਰਹੀ ਆ। ਚਾਈਨਾ ਆਪਣੇ ਤੌਰ ਦੇ ਉੱਤੇ ਜਿਹੜਾ ਹੈਗਾ ਵਾ ਉਹ ਸਾਇਲੈਂਟਲੀ ਜਿਹੜਾ ਹੋਰ ਜ਼ਿਆਦਾ ਫੋਕਸ ਕਰਕੇ ਉਹ ਇਮਰਜ ਹੋ ਰਿਹਾ।
ਬਾਕੀ ਜਿਹੜੀ ਸਾਡੇ ਬੱਚਿਆਂ ਦੀ ਗੱਲ, ਉਹ ਬਹੁਤ ਸੀਰੀਅਸ ਸਿਚੁਏਸ਼ਨ ਹੈਗੀ। ਮੈਨੂੰ ਲੱਗਦਾ ਕਿ ਉੱਥੇ ਵੀ ਸਾਡੀ ਫੋਰਨ ਪਾਲਿਸੀ ਤੇ ਅਸੀਂ ਫੇਲ ਹੋਏ ਹਾਂ। ਤੁਸੀਂ ਦੇਖੋ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੂੰ ਵਾਰ ਰੂਮ ਦੇ ਵਿੱਚ ਹੋਣਾ ਚਾਹੀਦਾ ਸੀਗਾ, ਹੈ ਉਹ ਜਿਹੜਾ ਉੱਥੇ ਰੈਲੀਆਂ ਕਰਦੇ ਫਿਰਦੇ ਆ, ਹੈ ਉਹ ਉੱਥੇ ਦੂਸਰੇ ਪਾਸੇ। ਇਹਨਾਂ ਨੇ ਸੀਰੀਅਸ ਲਿਆ ਹੀ ਨਹੀਂ ਇਸ ਚੀਜ਼ ਨੂੰ, ਨੀਗਾ ਕਿ ਇਹ ਜਿਹੜਾ ਹੈਗਾ ਇਹਨੂੰ ਅਸੀਂ ਕਿੱਦਾਂ ਟੈਕਲ ਕਰਨਾ। ਔਰ ਸ਼ਾਇਦ ਇੱਕ ਸਟੇਟਮੈਂਟ ਵੀ ਪ੍ਰਧਾਨ ਮੰਤਰੀ ਜੀ ਦੀ ਸੋਸ਼ਲ ਮੀਡੀਆ ਤੇ ਹੈਗੇ ਵੀ ਛੋਟੇ ਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਜਾਣਾ ਨਹੀਂ ਚਾਹੀਦਾ, ਕਿ ਉੱਥੇ ਮੈਡੀਕਲ। ਸੋਚਣ ਵਾਲੀ ਗੱਲ ਤੇ ਸੀ ਵੀ ਐਡੇ ਵੱਡੇ ਦੇਸ਼ ਨੂੰ ਤੁਸੀਂ ਕਾਗਜ਼ਾਂ 'ਚ ਐਡਾ ਵੱਡਾ ਦੇਸ਼ ਸਮਝਦੇ ਜੋ, ਇਹ ਲੋਕੀ ਛੱਡ ਕੇ ਕੋ ਜਾਂਦੇ ਆ। ਕੌਣ ਭੇਜਣਾ ਚਾਹੁੰਦਾ ਤੁਹਾਡਾ ਮੈਡੀਕਲ ਐਜੂਕੇਸ਼ਨ ਕਿੱਦਾਂ ਦੀ, ਕਿੰਨੀ ਮਹਿੰਗੀ ਪ੍ਰਾਈਵੇਟ ਐਜੂਕੇਸ਼ਨ ਹੈਗੀ ਆ, ਕਿੱਦਾਂ ਉਹਦੇ ਵਿੱਚ ਕੈਪੀਟਲ। ਤੁਹਾਡਾ ਆਪਣਾ ਸਿਸਟਮ ਤੁਸੀਂ ਸੁਧਾਰਦੇ ਨਹੀਂਗੇ, ਤੁਸੀਂ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿਓ। ਔਰ ਸਧਾਰਨ ਬੰਦਿਆਂ ਨੇ ਆਪਣੀਆਂ ਕਿਤੇ ਜ਼ਮੀਨਾਂ ਵੇਚ ਕੇ, ਗਹਿਣਾ ਵੇਚ ਕੇ, ਜਾਂ ਆਪਣੇ ਕਿਤੋਂ ਪੈਸੇ ਲੈ ਕੇ ਬੱਚੇ ਉੱਥੇ ਪੜ੍ਹਾਉਣ ਡਏ ਆ। ਉੱਥੇ ਉਹਨਾਂ ਨੇ ਭੇਜੇ ਉਹਨਾਂ ਨੂੰ ਡਾਕਟਰ ਬਣਾਉਣ ਵਾਸਤੇ। ਹੁਣ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂਗਾ। ਅੰਬੈਸੀ ਦਾ ਰਿਸਪੌਂਸ, ਜਿਹੜੇ ਬੱਚੇ ਬਾਹਰ ਆ ਰਹੇ ਆ ਉਹ ਬਹੁਤ ਲਿਮਟਿਡ ਰਿਸਪੌਂਸ ਆ, ਕੁਛ ਨਹੀਂ ਕਰ ਸਕਦੇ। 18-20 ਹਜ਼ਾਰ ਨੂੰ ਇੱਕ ਅੰਬੈਸੀ ਦੇ ਵਿੱਚ ਕਿੰਨੇ ਬੰਦੇ ਹੋਣਗੇ, ਛੋਟਾ ਦੇਸ਼ ਵਾ। ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਉੱਥੇ ਨੈਟਵਰਕ ਅੰਬੈਸੀ ਦਾ ਹੋਊਗਾ ਜਿਹੜਾ ਉਹਨਾਂ ਨੂੰ। ਅੰਬੈਸੀ ਆਪ ਜਿਹੜੀ ਅੰਡਰ ਅਟੈਕ ਆ, ਕੀਪ ਸਿਟੀ ਜਿਹੜਾ ਉਹ ਆਪ ਅੰਡਰ ਅਟੈਕ ਉਹਦੇ ਵਿੱਚੋਂ ਹੈਗਾ। ਤੇ ਮੈਨੂੰ ਜਾਪਦਾ ਵੀ ਇਹ ਜਿਹੜੀ ਇਹ ਕੇਂਦਰ ਸਰਕਾਰ ਦੀ ਜਿਹੜੇ ਸਾਰੀ ਖਿਲਾਰੇ ਵਾਲੀ ਨੀਤੀ ਹੈ, ਜਾਂ ਕੇਂਦਰ ਸਰਕਾਰ ਦਾ ਜਿਹੜਾ ਇਹ ਲੋਕਲ ਏਜੰਡਾ ਹੈਗਾ, ਇੱਥੇ ਹਿੰਦੂਆਂ ਨੂੰ, ਮੁਸਲਮਾਨਾਂ ਨੂੰ ਸੈਕਲਵਾਦ ਦੂਸਰਾ ਹੈ, ਤੀਸਰਾ ਹੈ। ਫੋਰਨ ਪਾਲਿਸੀ ਹੈ ਕਿੱਥੇ? ਫੋਰਨ ਪਾਲਿਸੀ ਇੱਕ ਟੈਕਨੋਕ੍ਰੇਟ ਜਿਹੜਾ ਵਿਅਕਤੀ ਆ ਉਹਨੂੰ ਦੇਖ ਰਿਹਾ, ਜਿਹੜਾ ਫੋਰਨ ਸੈਕਟਰੀ ਸੀ। ਮੈਂ ਉਹਨਾਂ ਦੀ ਕੈਪੈਸਿਟੀ ਕੈਪੇਬਿਲਿਟੀ ਤੇ ਨਹੀਂ ਗੱਲ ਕਰਦਾ, ਪਰ ਉਹ ਸਾਰੀ ਉਮਰ ਇੱਕ ਟ੍ਰੇਨਡ ਹੁੰਦੇ ਆ, ਇੱਕ ਸਿਸਟਮ ਦੇ ਵਿੱਚ ਕੰਮ ਕਰਦੇ ਆ। ਪਰ ਇਹ ਫੋਰਨ ਪਾਲਿਸੀ, ਵੀ ਨੀਡ ਇਹ ਫੋਰਨ ਮਿਨਿਸਟਰ ਲਾਈਕ ਸਰਦਾਰ ਸਵਰਨ ਸਿੰਘ। ਜੇ ਤੁਹਾਨੂੰ ਯਾਦ ਹੋਵੇ, ਸਵਰਨ ਸਿੰਘ ਜਦੋਂ ਵਾਰ ਹੋਈ ਸੀ ਇੰਡੀਆ ਪਾਕਿਸਤਾਨ ਦੇ ਨਾਲ, ਜਦੋਂ ਇੰਡੀਆ ਤੇ ਸੋਵੀਅਤ ਦੀ ਟ੍ਰੀਟੀ ਹੋਈ ਸੀਗੀ, ਉਹ ਜਿਹੜਾ ਸੀ ਸਰਦਾਰ ਸਵਰਨ ਸਿੰਘ ਸੀਗੇ। ਜਦੋਂ ਸ਼ਿਮਲਾ ਐਗਰੀਮੈਂਟ ਹੋਇਆ ਸੀ, ਉੱਥੇ ਸਰਦਾਰ ਸਵਰਨ ਸਿੰਘ ਸੀਗੇ। ਭੁੱਟੋ ਦੇ ਕਹੇ ਮੁਤਾਬਕ ਸੇ ਸਰਦਾਰ ਜੀ ਕਹਿੰਦੇ ਕੁਛ ਵਾ ਤੇ ਇਹਦਾ ਮੀਨਿੰਗ ਕੁਛ ਨਿਕਾਲਦੇ ਆ। ਇਹਨਾਂ ਨੂੰ ਸਮਝਣਾ ਬਹੁਤ ਔਖਾ ਵਾ। ਵੀ ਨੀਡ ਏ ਪੀਪਲ ਲਾਈਕ ਦੈਟ, ਵੀ ਨੀਡ ਏ ਪੋਲੀਟੀਕਲ ਪਰਸਨ ਟੂ ਹੈਂਡਲ ਦਾ ਫੋਰਨ ਅਫੇਅਰਸ। ਟੈਕਨੋਕ੍ਰੇਟ ਹੈਲਪ ਕਰਨ ਵਾਸਤੇ ਹੁੰਦੇ ਆ। ਵੀ ਨੀਡ ਏ ਕਲੀਅਰ ਕੱਟ ਪਾਲਿਸੀ। ਮੈਨੂੰ ਲੱਗਦਾ ਵੀ ਡੋਮੈਸਟਿਕ ਪਾਲਿਸੀ ਦੇ ਨਾਲ ਨਾਲ ਇਸ ਵੇਲੇ ਲੋਕੀ ਸਵਾਲ, ਕਿਉਂਕਿ ਬੱਚਿਆਂ ਦੀਆਂ ਜਾਨਾਂ ਦਾ ਮਸਲਾ ਹੈ। ਮਨਮੋਹਨ ਸਿੰਘ ਦੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਗਲਫ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਉਦੋਂ ਕੱਢਿਆ ਸੀਗਾ, ਜਦੋਂ ਇਹ ਤੁਹਾਡਾ ਸੀਰੀਆ ਦਾ ਕ੍ਰਾਈਸਿਸ ਆਇਆ ਸੀਗਾ, ਹੋਰ ਕ੍ਰਾਈਸਿਸ ਹੈ। ਇਹ ਤਾਂ ਸਾਰੀ ਸਰਕਾਰ 200-250 ਬੱਚਾ ਲੈ ਕੇ ਆਉਂਦੀ ਆ, ਉੱਥੇ ਮੰਤਰੀ ਪਹੁੰਚ ਜਾਂਦੇ ਉਹਨਾਂ ਨੂੰ ਫੁੱਲ ਫੜਾਉਣ ਵਾਸਤੇ। ਸਾਰਾ ਕੰਮ PR ਦੇ ਉੱਤੇ ਆ। ਤੇ ਮੈਨੂੰ ਲੱਗਦਾ ਵੀ ਲੋਕਾਂ ਦਾ ਏਜੰਡਾ ਇਸ, ਜਾਂ ਲੋਕਾਂ ਦੀ ਜਾਨ, ਜਾਂ ਅਸੀਂ ਕਿੱਦਾਂ ਦੇ ਰਿਲੇਸ਼ਨਸ ਬਣਾਉਣੇ ਆ। ਇੰਡੀਆ ਬਹੁਤ ਜ਼ਿਆਦਾ ਅਮਰੀਕਾ ਦੇ ਨੇੜੇ ਪਹੁੰਚ ਗਿਆ। ਜਿਹੜਾ ਛੋਟਾ ਦੇਸ਼ ਅਮਰੀਕਾ ਦੇ ਨੇੜੇ ਗਿਆ, ਉਹਨੇ ਉਹਨੂੰ ਚੱਟਿਆ। ਮੌਕੇ ਤੇ ਉਹਦਾ ਸਾਥ ਨਹੀਂ ਦਿੱਤਾ। 1971 ਦੇ ਵਿੱਚ ਵੀ ਅਮਰੀਕਾ ਵਾਲੇ ਪਾਸੇ ਗੱਲ ਗਏ ਸੀਗੇ। ਅਮਰੀਕਾ ਲੰਬੀ ਗੱਲ ਹੈਗੀ ਆ। ਅਮਰੀਕਾ ਦੇ ਜਿਹੜਾ ਸੈਕਟਰੀ ਆਫ ਸਟੇਟ ਸੀਗਾ, ਉਹਨੇ LK ਜਾ ਸਾਡੇ ਹੈਗੇ ਸੀ ਇਨਵੈਸਟਰ, ਸੈਕਟਰੀ ਆਫ ਸਟੇਟ ਸੀ ਹੈਨਰੀ ਕਿਸਿੰਜਰ। ਉਹਨੇ ਕਹਿੰਦਾ ਸਾਡੇ ਤੋਂ ਕੁਛ ਨਾ ਭਾਲਿਓ। ਇਫ ਦੇਰ ਇਜ਼ ਅ ਵਾਰ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਡੂ ਨਾਟ ਐਕਸਪੈਕਟ ਐਨੀਥਿੰਗ ਫਰੋਮ ਅਸ। LK ਜਾ ਉੱਥੋਂ ਸਿੱਧੀ ਟਿਕਟ ਲੈ ਕੇ ਦਿੱਲੀ ਆਇਆ, ਦਿੱਲੀੋਂ ਟਿਕਟ ਲੈ ਕੇ ਮਾਸਕੋ ਗਿਆ ਸਵਰਨ ਸਿੰਘ ਦੇ ਨਾਲ। ਇੰਡੀਆ ਤੇ ਸੋਵੀਅਤ ਯੂਨੀਅਨ ਨੇ ਟ੍ਰੀਟੀ ਕਰ ਲਈ। ਸੋਵੀਅਤ ਯੂਨੀਅਨ ਸਾਡਾ ਪੱਕਾ ਹੈ, ਪਰਮਾਨੈਂਟ ਉਹਨੂੰ ਅਸੀਂ ਕਹਿ ਸਕਦੇ ਹਾਂ। ਇਹ ਅਮਰੀਕਾ ਦੇ ਬਹੁਤ ਨੇੜੇ ਪਹੁੰਚ ਗਿਆ। ਇਹ ਜਿਹੜਾ ਖਾਸ ਕਰਕੇ ਇਜ਼ਰਾਈਲ ਦੇ ਬਹੁਤ ਨੇੜੇ ਪਹੁੰਚ ਗਿਆ। ਤੇ ਹੁਣ ਇਸ ਵੇਲੇ ਕਨਫਿਊਜ਼ਨ ਐਟ ਦਾ ਫੋਰਨ ਪਾਲਿਸੀ ਲੈਵਲ ਆ। ਇਹ ਵੀ ਉਹਨੂੰ ਵਾਰ ਰੂਮ 'ਚ ਬਹਿ ਕੇ ਇਹਨੂੰ ਐਂਟੀਸਪੇਟ ਕਰਨਾ ਚਾਹੀਦਾ ਸੀਗਾ ਕਿ ਜੇ ਲੜਾਈ ਹੁੰਦੀ ਆ ਤੇ ਇਹਨਾਂ ਬੱਚੇ ਨੂੰ ਉੱਥੋਂ ਕਿੱਦਾਂ ਕੱਢਣਾ ਵਾ। ਇਹਨਾਂ ਕੋਲ ਡਾਟਾ ਹੋਣਾ ਚਾਹੀਦਾ ਸੀਗਾ ਕਿ ਬੱਚੇ ਡਿਫਰੈਂਟ ਜਿਹੜੀਆਂ ਹੈਗੀਆਂ ਪਲੇਸਿਸ ਤੇ ਖਿਲਰੇ ਪਏ ਆ। 1700-1800 ਕਿਲੋਮੀਟਰ ਦਾ ਡਿਸਟੈਂਸ ਆ ਈਸਟ ਤੋਂ ਵੈਸਟ, ਜਿਹੜੇ ਬਾਰਡਰ, ਜਿਹੜਾ ਪੋਲੈਂਡ ਦਾ ਬਾਰਡਰ ਹੈਗਾ, ਉੱਥੇ ਕਿੱਦਾਂ ਆਉਣਾ ਉਹਨਾਂ ਦੇ ਵਿੱਚੋਂ। ਤਾਂ ਇਸੇ ਕਰਕੇ ਤੁਸੀਂ ਦੇਖਦੇ ਵੀ ਇਸ ਵੇਲੇ ਬਹੁਤ ਪਿਟੀਫੁਲ ਸਿਚੁਏਸ਼ਨ ਦੇ ਵਿੱਚ ਹੈਗੇ ਆ। ਪਹਿਲੀ ਗੱਲ ਤਾਂ ਇਹ ਆ ਵੀ ਸਾਡੇ ਬੱਚੇ ਉੱਥੇ ਗਏ ਕਿਉਂ ਨਹੀਂ, ਉਹ ਛੋਟਾ ਦੇਸ਼ ਕਹਿੰਦੇ ਆ। ਇਹ ਸਾਡੇ ਲਈ ਮੈਨੂੰ ਲੱਗਦਾ ਵੀ ਸਾਡੇ ਵੱਡੇ ਦੇਸ਼ ਵਾਸਤੇ ਬਹੁਤ ਲਾਹਨਤ ਵਾਲੀ ਗੱਲ ਵੀ ਹੈਗੀ ਆ। ਦੂਸਰਾ ਪਾਸਾ ਹੈਗਾ ਵੀ ਜੇ ਉਹ ਗਏ ਸੀਗੇ ਤੇ ਉਹਨਾਂ ਨੂੰ ਕੋਈ ਐਮਰਜੈਂਸੀ ਪਲਾਨ ਸਾਡੇ ਕੋਲ ਹੈਗੀ। ਮੈਨੂੰ ਨਹੀਂ ਲੱਗਦਾ ਵੀ ਇਸ ਵੇਲੇ ਵੀ ਕੋਈ ਐਮਰਜੈਂਸੀ ਪਲਾਨ ਹੈਗੀ ਆ। ਹੁਣ ਤੁਸੀਂ 4 ਮੰਤਰੀ ਮੈਂ ਸੁਣਿਆ ਕਿ ਉਹ ਦੂਸਰੇ ਦੇਸ਼ਾਂ 'ਚ ਭੇਜ ਰਹੇ, ਉਹ ਤਾਂ ਬਹਿ ਜਾਣਗੇ ਉੱਥੇ ਸੇਫ। ਉਹ ਪੋਲੈਂਡ 'ਚ ਬਹਿ ਜਾਣਗੇ, ਉਹ ਉੱਥੇ ਆਪਣਾ ਜਿਹੜਾ ਹੈਗਾ ਹੰਗਰੀ 'ਚ ਬਹਿ ਜਾਣਗੇ, ਉਹ ਕੋਈ ਹੋਰ ਨਾਰਲਾ ਦੇਸ਼ ਜਿਹੜਾ ਹੈਗਾ ਵਾ ਉਹਦੇ ਵਿੱਚ ਜਾ ਕੇ ਬਹਿ ਜਾਣਗੇ। ਕੀ ਕਰਨਗੇ ਉੱਥੋਂ? ਆਫਟਰ ਆਲ ਜਿਹੜਾ ਚਾਹੀਦਾ ਸੀ ਉਹਨਾਂ ਨੂੰ ਉੱਥੇ ਮੂਵਮੈਂਟ ਬਹੁਤ ਬੰਦ ਆ। ਬੱਚਿਆਂ ਦਾ ਵੀ ਮੈਂ ਵੇਖ ਰਿਹਾ ਵੀ ਉਹੀ ਹਾਲ ਹੋ ਰਿਹਾ ਵਾ ਜਿਹੜਾ ਕਰੋਨਾ ਤੋਂ ਬਾਅਦ ਇੱਥੇ ਮਜ਼ਦੂਰਾਂ ਦਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਪੈਦਲ ਜਾ ਰਿਹਾ ਸੀ। ਉਹਨਾਂ ਦੀ ਸਟੋਰੀ ਸੁਣੀਆਂ ਨਹੀਂ ਜਾ ਰਹੀਆਂ। ਤੁਸੀਂ ਉਹਦੇ ਤੇ ਆ ਰਿਹਾ ਉਹਦੇ 'ਚ ਕਰਕੇ। ਤੇ ਮੈਨੂੰ ਇਹ ਲੱਗਦਾ ਵੀ ਬਿਨਾਂ ਕਿਸੇ ਪਲਾਨ ਤੋਂ ਜਾਂ ਬਿਨਾਂ ਕਿਸੇ ਤੇ ਇਹ ਵੀ ਲੱਗਦਾ ਵੀ ਜੇ ਕੱਲ੍ਹ ਨੂੰ ਕੋਈ ਬਹੁਤ ਵੱਡਾ ਕ੍ਰਾਈਸਿਸ ਆ ਜਾਏ ਕਿ ਕੀ ਇਹ ਸਰਕਾਰ
ਉਹਨੂੰ ਸੰਭਾਲ ਲੂਗੀ ਜਾਂ ਉਹਨੂੰ ਮੈਨੇਜ ਕਰ ਲੂਗੀ, ਜਾਂ ਜਿਸ ਤਰੀਕੇ ਦਾ ਜਿਹੜਾ ਇਹਨਾਂ ਦਾ ਏਜੰਡਾ ਹੈਗਾ। ਤੇ ਇਸ ਕਰਕੇ ਯੂਕਰੇਨੀਅਨ ਪਾਲਿਸੀ ਦਾ ਮੈਨੂੰ ਲੱਗਦਾ ਵੀ ਇਹ ਹਾਂ ਠੀਕ ਆ, ਜਿਹੜਾ ਇਹਦਾ ਸਟੈਂਡ ਅਬਸਟੇਨ ਕਰਨਾ ਉਹ ਆਪਣਾ ਠੀਕ ਸੀਗਾ। ਇਸੇ ਕਰਕੇ ਜਿਹੜੇ ਯੂਕਰੇਨ ਦੇ ਸਿਪਾਹੀ ਹੈਗੇ ਉੱਥੇ ਰਿਐਕਸ਼ਨ ਹੁੰਦਾ, ਹਰ ਐਕਸ਼ਨ ਦਾ ਇੱਕ ਰਿਐਕਸ਼ਨ ਹੁੰਦਾ, ਉਹ ਬਹੁਤ ਗਲਤ ਗੱਲ ਆ, ਕੰਡੈਮੇਬਲ ਆ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਇਹ ਮਾਮਲੇ ਦੇ ਵਿੱਚ, ਪਰ ਇਹ ਸਾਨੂੰ ਲੱਗਦਾ ਵੀ ਜਿਹੜੀ ਜਿੱਦਾਂ ਇਹਨੂੰ ਹੈਂਡਲ ਕਰਨਾ ਚਾਹੀਦਾ ਸੀ ਟੈਕਟੀਕਲੀ, ਉਹ ਸਰਕਾਰ ਉੱਥੇ ਵੀ ਫੇਲ ਹੋਈ ਉਸ ਮਾਮਲੇ ਦੇ ਵਿੱਚ। ਸੋ ਇਹ ਲੰਮਾ ਕੁਐਸਚਨ ਹੈਗਾ, ਇਹਦੇ ਉੱਤੇ ਕਿਤੇ ਆਪਾਂ ਦੁਬਾਰਾ ਮੌਕਾ ਮਿਲਿਆ ਤੇ ਗੱਲਬਾਤ ਕਰਾਂਗੇ। ਹਾਂ ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਥੈਂਕ ਯੂ ਜੀ।